ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰੂ ਨੇ ਸੁਭਾਗ ਸਮੇਂ ਬਖਸ਼ੇ ਹਨ ਗੁਰੂ ਦੇ ਸ਼ਬਦ ਦੀ ਵਿਚਾਰ ਵਾਸਤੇ। ਸਤਿਗੁਰੂ ਮਹਾਰਾਜ ਨੇ ਤਰਸ ਕੀਤਾ ਹੈ ਜੋ ਇਹ ਦਾਤ ਝੋਲੀ ਵਿੱਚ ਪਾਈ ਹੈ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੀਆਂ ਬਖਸ਼ਿਸ਼ਾਂ ਕਰਦੇ ਹਨ, ਉਹਨਾਂ ਦੀ ਕਿਰਪਾ ਸਦਾ ਹੀ ਰਹਿੰਦੀ ਹੈ। ਅਸੀਂ ਕਈ ਵਾਰੀ ਟਪਲਾ ਖਾ ਜਾਂਦੇ ਹਾਂ ਕਿ ਗੁਰੂ ਮੇਰੇ ਤੇ ਕਿਰਪਾ ਨਹੀਂ ਕਰਦਾ, ਜਾਂ ਉਹਦੇ ਤੇ ਨਹੀਂ ਕਰਦਾ, ਜਾਂ ਉਹਦੇ ਤੇ ਕਰਦਾ ਹੈ। ਐਸੀ ਗੱਲ ਨਹੀਂ ਹੈ। ਗੁਰੂ ਤੇ ਸਦਾ ਹੀ, ਹਮੇਸ਼ਾ ਹੀ ਸਾਰਿਆਂ ਤੇ ਔਰ ਹਰ ਵੇਲੇ ਕਿਰਪਾ ਕਰਦਾ ਹੈ। ਗੁਰੂ ਦਾ ਕਿਰਪਾ ਦਾ ਖਜ਼ਾਨਾ ਹਰ ਵੇਲੇ ਖੁੱਲਿਆ ਹੈ। ਤੁਸੀਂ ਅੱਧੀ ਰਾਤੇ ਵੀ ਯਾਦ ਕਰ ਲਓ, ਗੁਰੂ ਦੀ ਕਿਰਪਾ ਤਦ ਵੀ ਵਰਤ ਰਹੀ ਹੋਏਗੀ। ਦੇਖੋ, ਬਾਰਿਸ਼ ਜਦੋਂ ਹੁੰਦੀ ਹੈ ਨਾ ਅਸਮਾਨ ਤੋਂ, ਤੇ ਉਹ ਇਹ ਨਹੀਂ ਵੇਖਦੀ ਬਈ ਗਰੀਬ ਦੀ ਝੌਂਪੜੀ ਤੇ ਬਾਰਿਸ਼ ਕਰਨੀ ਹੈ ਤੇ ਅਮੀਰ ਤੇ ਨਹੀਂ ਕਰਨੀ। ਇੱਕ ਸਮਾਨ ਸਭ ਨੂੰ ਬਾਰਿਸ਼ ਮਿਲਦੀ ਹੈ, ਭਾਵ ਕਿ ਕਿਰਪਾ ਸਾਰਿਆਂ ਤੇ ਹੁੰਦੀ ਹੈ। ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਧੁੱਪ ਸਾਰਿਆਂ ਨੂੰ, ਉਜਾਲਾ ਪ੍ਰਕਾਸ਼ ਸਾਰਿਆਂ ਨੂੰ ਮਿਲਦਾ ਹੈ। ਕੋਈ ਐਸੀ ਥਾਂ ਨਹੀਂ ਕਿ ਜਿੱਥੇ ਸੂਰਜ ਨਿਕਲ ਰਿਹਾ ਹੋਵੇ, ਉਹਦੀਆਂ ਕਿਰਨਾਂ ਨਾਲ ਰੋਸ਼ਨੀ ਨਾ ਹੋਵੇ। ਇਹ ਗੱਲ ਵੱਖਰੀ ਹੈ। ਅਸੀਂ ਕਮਰੇ ਬੰਦ ਕਰਕੇ, ਅੱਖਾਂ ਬੰਦ ਕਰ ਲਈਏ ਤੇ ਕਹੀਏ ਕਿ ਰੋਸ਼ਨੀ ਨਹੀਂ ਆ ਰਹੀ, ਇਹ ਸਾਡੀ ਭੁੱਲ ਹੈ। ਗੁਰੂ ਦੀ ਬਖਸ਼ਿਸ਼ ਦੀ ਬਾਰਿਸ਼ ਹਮੇਸ਼ਾ ਹੈ। ਦੇਖੋ, ਜਦੋਂ ਬਾਰਿਸ਼ ਹੋ ਰਹੀ ਹੋਵੇ, ਅਸੀਂ ਭਾਂਡੇ ਦੇ ਵਿੱਚ ਬਾਰਿਸ਼ ਦਾ ਪਾਣੀ ਪਾਉਣਾ ਹੈ, ਤੇ ਜੇ ਭਾਂਡਾ ਹੀ ਪੁੱਠਾ ਰੱਖਿਆ ਹੋਵੇ ਤੇ ਮੁਸਲਾਧਾਰ ਬਾਰਿਸ਼ ਹੋਵੇ, ਬੜੀ ਤੇਜ਼ੀ ਨਾਲ ਬਾਰਿਸ਼ ਹੋ ਰਹੀ ਹੋਵੇ, ਤੇ ਅਸੀਂ ਕਹੀਏ ਕਿ ਬਾਰਿਸ਼ ਤੇ ਐਨੀ ਹੋਈ ਹੈ, ਸਾਡੇ ਭਾਂਡੇ ਵਿੱਚ ਬਾਰਿਸ਼ ਨਹੀਂ ਪਈ। ਮਹਾਰਾਜ ਕਹਿੰਦੇ ਨੇ, ਉਂਦੇ ਭਾਂਡੇ ਕੱਚ ਨਾ ਸਮਾਵੇ। ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਬਹੁਤ ਕੀਮਤੀ ਪਵਿੱਤਰ ਬੋਲ ਨੇ। ਉਂਦੇ ਮੀਨਸ ਹੁੰਦਾ ਪੁੱਠਾ ਭਾਂਡਾ, ਹੁੰਦਾ ਨਾ ਪੁੱਠੇ ਨੂੰ ਉਂਦਾ। ਉਂਦੇ ਭਾਂਡੇ ਕੱਚ ਨਾ ਸਮਾਵੇ, ਸਿੱਧੇ ਅੰਮ੍ਰਿਤ ਪਰੇ ਨਿਹਾਰ। ਜੇ ਸਾਡਾ ਸ਼ਰਧਾ ਦਾ ਭਾਂਡਾ, ਹਿਰਦੇ ਰੂਪੀ ਭਾਂਡਾ ਜੇ ਪੁੱਠਾ ਪਿਆ ਹੋਇਆ ਹੈ, ਤੇ ਅੰਮ੍ਰਿਤਮਈ ਬਾਰਿਸ਼, ਅੰਮ੍ਰਿਤਮਈ ਕਿਰਪਾ ਉਹਦੇ ਵਿੱਚ ਕਿਵੇਂ ਪੈ ਸਕਦੀ ਹੈ? ਉਹਦੇ ਵਾਸਤੇ ਸਾਨੂੰ ਭਾਂਡਾ ਸਿੱਧਾ ਕਰਨਾ ਪਏਗਾ। ਉਹਦੇ ਭਾਂਡੇ ਕੱਚ ਨਾ ਸਮਾਵੇ, ਸਿੱਧੇ ਮਤਲਬ ਕਿ ਅੰਮ੍ਰਿਤ ਪਰੇ ਨਿਹਾਰ। ਅਸੀਂ ਆਪਣੇ ਭਾਂਡੇ ਨੂੰ ਸਿੱਧਾ ਕਰਨਾ ਪਵੇਗਾ, ਭਾਵ ਕਿ ਇਸ ਮਨ ਦੇ ਖਿੜਕੀਆਂ ਨੂੰ ਖੋਲ੍ਹਣਾ ਪਏਗਾ ਸਾਨੂੰ, ਜੇ ਅਸੀਂ ਇਹਦੇ ਵਿੱਚੋਂ ਬਾਰਿਸ਼ ਦਾ ਆਨੰਦ ਲੈਣਾ ਚਾਹੁੰਦੇ ਹਾਂ, ਕਿਰਪਾ ਦਾ ਆਨੰਦ ਲੈਣਾ ਚਾਹੁੰਦੇ ਹਾਂ। ਦੇਖੋ, ਗੁਰੂ ਕੋਲ ਤੇ ਉਹ ਤਾਸੀਰ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੀ ਸੁਣਿਓ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੀ ਸੁਣਿਓ। ਜਦੋਂ ਗੁਰੂ ਦਾ ਸ਼ਬਦ ਕੋਈ ਧਿਆਨ ਨਾਲ ਸੁਣਦਾ ਹੈ ਨਾ, ਦੇਖੋ, ਅਸੀਂ ਬਾਣੀ ਪੜ੍ਹ ਕੇ ਅੱਗੇ ਨਿਕਲ ਜਾਈਏ, ਜੇ ਸ਼ਬਦ ਦੇ ਭਾਵਰਥ ਸਮਝ ਨਹੀਂ ਆਉਣਗੇ ਤੇ ਮੈਂ ਸਮਝਣਾ ਫਿਰ ਪੜ੍ਹ ਗੱਡੀ ਲੱਦੀ ਵਾਲੀ ਗੱਲ ਨਾ ਹੋ ਜਾਏ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੀ ਸੁਣਿਓ। ਜਦੋਂ ਕੋਈ ਸਿੱਖ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣਦਾ ਹੈ ਨਾ, ਤੇ ਉਹ ਕੀ ਕਰਦਾ ਹੈ? ਉਹ ਕੰਚਨ ਬਣਾ ਦਿੰਦਾ ਉਸ ਕੱਚ ਵਰਗੇ ਹਿਰਦੇ ਨੂੰ।
ਕੱਚ ਨਹੀਂ ਕਿਉਂ ਹੀ ਕਿਹਾ ਮਹਾਰਾਜ ਨੇ, ਲੋਹਾ ਕਿਉਂ ਨਹੀਂ ਕਿਹਾ ਇੱਥੇ? ਕੱਚੋ ਕੰਚਨ, ਕੱਚੋ ਮੀਨ ਕੱਚ। ਦੇਖੋ ਕੀਮਤੀ ਤੋਂ ਕੀਮਤੀ ਕੱਚ ਘਰ ਵਿੱਚ ਲੱਗਿਆ ਹੋਵੇ ਨਾ, ਡਾਈਨਿੰਗ ਟੇਬਲ ਤੇ, ਘਰ ਦੇ ਦਰਵਾਜ਼ੇ ਜਾਂ ਸ਼ੋ ਪੀਸ ਦੇ ਅੰਦਰ ਸ਼ੀਸ਼ੇ ਲੱਗੇ ਹੋਣ, ਉਹਦੀ ਮੁੱਲ ਹੈ ਕੱਚੋ। ਪਰ ਜਦੋਂ ਉਹ ਕੰਚਨ ਕੱਚ ਟੁੱਟ ਜਾਏ, ਮੈਂ ਸਮਝਣਾ ਕੋਈ 2 ਰੁਪਏ ਕਿਲੋ ਵੀ ਨਹੀਂ ਲਏਗਾ, ਕਿਉਂਕਿ ਉਹਦੀ ਮੁੱਲ ਹੀ ਨਹੀਂ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਦਾ ਕੋਈ ਮੁੱਲ ਨਹੀਂ ਹੈ, ਜਿਹਦੀ ਕੋਈ ਹੈਸੀਅਤ ਨਹੀਂ ਹੈ ਸੰਸਾਰ ਦੇ ਵਿੱਚ, ਜਿਹਨੂੰ ਕੋਈ ਵੀ ਨਹੀਂ ਪੁੱਛਦਾ, ਪਰ ਜਦੋਂ ਉਹ ਗੁਰੂ ਸ਼ਬਦ ਦੀ ਆੜ ਲੈ ਲੈਂਦਾ ਹੈ ਔਰ ਧਿਆਨ ਨਾਲ ਕੰਨਾਂ ਦੇ ਵਿੱਚ ਉਸ ਸ਼ਬਦ ਨੂੰ ਸੁਣਦਾ ਹੈ, ਤੇ ਉਹ ਜਿਹਦਾ ਕੋਈ ਮੁੱਲ ਨਹੀਂ, ਟੁੱਟੇ ਹੋਏ, ਦੇਖੋ ਟੁੱਟੇ ਹੋਏ ਕੱਚ ਦੀ ਕੋਈ ਵੈਲਿਊ ਨਹੀਂ ਹੈ। ਉਹ ਕੱਚ ਵਾਲਾ ਵੀ ਆਏਗਾ, ਗਲਾਸ ਵਾਲਾ ਵੀ ਕਹੇਗਾ ਬਈ ਇਹ ਤੇ ਨਹੀਂ ਹੁਣ ਬਦਲਣਾ ਪਏਗਾ, ਕਿਉਂਕਿ ਕੱਚ ਦਾ ਜਿਹੜਾ ਤਰੇੜ ਆ ਜਾਏ ਨਾ, ਉਹ ਫਿਰ ਦੁਬਾਰਾ ਨਹੀਂ ਜੁੜਦੀ। ਗੁਰੂ ਕਹਿੰਦੇ ਨੇ ਆ ਸਿੱਖਾ, ਜਿਹੜਾ ਤੇਰਾ ਕਦੀ ਮੁੱਲ ਵੀ ਨਹੀਂ ਪਿਆ ਹੋਏਗਾ, ਮੈਂ ਉਸ ਕੱਚ ਨੂੰ ਵੀ, ਟੁੱਟੇ ਹੋਏ ਕੱਚ ਨੂੰ ਵੀ ਕੰਚਨ ਬਣਾ ਦਾਂਗਾ, ਸੋਨਾ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਤੋ ਪਾਤਸ਼ਾਹ ਕਹਿੰਦੇ ਨੇ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੀ ਸੁਣਿਓ, ਬਿਕ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪੰਨਿਓ। ਜਦੋਂ ਮੁਖ ਤੋਂ ਤੁਸੀਂ ਸਤਿਗੁਰੂ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ ਉਚਾਰਦੇ ਹੋ ਨਾ, ਤੇ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਬਿਖ ਰੂਪੀ ਤੁਹਾਡੀ ਜਿਹੜੀ ਜ਼ਹਿਰ ਵਰਗੀ ਤੁਹਾਡੀ ਰਸਨਾ ਹੈ ਨਾ, ਉਹ ਵੀ ਅੰਮ੍ਰਿਤ ਰੂਪੀ ਨਾਮ ਬੋਲਣ ਲੱਗ ਪੈਂਦੀ ਹੈ। ਇਹ ਗੁਰੂ ਦੀ ਕਿਰਪਾ ਹੈ। ਜਿੰਨੇ ਵੀ ਅਸੀਂ ਸ਼ਬਦ ਤੋਂ ਟੁੱਟ ਜਾਂਦੇ ਹਾਂ ਨਾ, ਜਦੋਂ ਧਿਆਨ ਦੇਣਾ, ਜਦੋਂ ਕੋਈ ਵੀ ਸਰੀਰ ਸ਼ਬਦ ਤੋਂ ਟੁੱਟਦਾ ਹੈ ਨਾ, ਫਿਰ ਕੀ ਹੁੰਦਾ ਹੈ? ਫਿਰ ਉਹਨੂੰ ਖੱਜਲ ਖੁਆਰੀ ਹੁੰਦੀ ਹੈ। ਤੇ ਗੁਰੂ ਕੀ ਕਰਦਾ ਹੈ? ਭੂਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਦੇਖੋ ਗੁਰੂ ਗ੍ਰੰਥ ਸਾਹਿਬ ਦੇ ਜੇ ਤੁਸੀਂ ਜਿਹੜੇ ਸਹਿਜ ਪਾਠ ਕਰਦੇ ਹੋ ਨਾ, ਜੇ ਤੇ ਮਨ ਦੇ ਵਿੱਚ ਇੱਛਾ ਹੈ, ਦੇਖੋ ਧਿਆਨ ਦੇਣਾ, ਜੇ ਮਨ ਦੇ ਵਿੱਚ ਇੱਛਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਹਿਜ ਪਾਠ ਕਰ ਰਹੀ, ਖਾਲੀ ਇਹ ਨਹੀਂ ਕਿ ਮੈਂ ਗਿਣਤੀ ਕਰ ਰਿਹਾ, ਮੈਂ ਇੰਨੇ ਸਾਲਾਂ ਤੋਂ ਕਰੀ ਜਾ ਰਿਹਾ, ਕੋਸ਼ਿਸ਼ ਕਰੋ ਕਾਪੀ ਪੈਨ ਘਰ ਰੱਖ ਲਓ ਕੋਲ, ਕੋਈ ਬੋਲ ਐਸੇ ਆਣ, ਕੋਈ ਪੰਕਤੀ ਐਸੀ ਆਏ, ਬੇਸ਼ੱਕ ਲਿਖ ਲਓ, ਉਹਨੂੰ ਦਿਨ ਵਿੱਚ ਰਟਨ ਕਰੋ, ਉਹਦੇ ਭਾਵ ਅਰਥ 'ਚ ਜਾਓ। ਦੇਖੋ ਪਾਤਸ਼ਾਹ ਕਹਿੰਦੇ ਨੇ ਭੂਲੇ ਸਿੱਖ, ਜਿਹੜੇ ਭੁੱਲੇ ਹੁੰਦੇ ਨੇ ਨਾ, ਬਈ ਭੁੱਲੇ ਮਾਰਗ ਜਿਨ੍ਹੇ ਬਤਾਇਆ, ਗੁਰ ਐਸਾ ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਇਹ ਸਾਰਾ ਸ਼ਬਦ ਪੜੋ। ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰੂ ਨਿਸਤਾਰਾ, ਦੁੱਖ ਸੁਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਵਾਹ ਕਿਆ ਪੰਕਤੀਆਂ ਨੇ। ਜੇ ਕੋਈ ਭੁੱਲਿਆ ਵੀ ਹੈ ਨਾ, ਭੁੱਲੇ ਸਿੱਖ ਗੁਰੂ ਸਮਝਾਏ। ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਹੋ ਨਾ, ਜੇ ਕੋਈ ਭੁੱਲਾ ਭਟਕਾ ਵੀ ਆ ਗਿਆ ਨਾ, ਤੇ ਗੁਰੂ ਉਹਨੂੰ ਆਪਣੇ ਸ਼ਬਦ ਦੀ ਲੋਰੀ ਦੇ ਕੇ, ਸ਼ਬਦ ਦਾ ਪਿਆਰ ਦੇ ਕੇ ਕੀ ਕਰਦਾ ਹੈ ਕਿ ਉਜੜ ਜਾਂਦੇ ਮਾਰਗ ਪਾਏ। ਉਹਨੂੰ ਇੱਕ ਪਰਮਾਤਮਾ ਦੇ ਘਰ ਦਾ ਰਸਤਾ ਦਿਖਾ ਦਿੰਦੇ ਨੇ, ਜਿਹੜਾ ਉਜੜਿਆ ਹੁੰਦਾ ਹੈ। ਤੋ ਮਹਾਰਾਜ ਬਖਸ਼ਿਸ਼ ਕਰਨ, ਅੱਜ ਜਿਹੜਾ ਵਿਸ਼ਾ ਲਿਆ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਦੇਖੋ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ। ਅਕਸਰ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਵਿਚਾਰ, ਅਰਥਾਂ ਤੇ ਭਾਵ-ਅਰਥ ਕਰਕੇ, ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਸੰਗਤ ਨੂੰ ਮੁਖਾਤਿਬ ਕਰਦੇ ਨੇ, ਅਕਸਰ ਕਰਦੇ ਸਨ। ਸੰਗਤ ਵੀ ਉਸ ਵੇਲੇ
ਇੱਛਾਵਾਨ ਹੁੰਦੀ ਸੀ, ਅੱਜ ਵੀ ਹੈ, ਪਰ ਉਹ ਬੜੇ ਸਿਦਕ ਵਾਲੇ ਸਿੱਖ ਹੁੰਦੇ ਸਨ। ਉਹ ਸਤਿਗੁਰੂ ਦੀ ਹਰ ਇੱਕ ਰਸਨਾ ਤੋਂ ਨਿਕਲਿਆ ਹੋਇਆ ਅੱਖਰ ਬੜੇ ਧਿਆਨ ਨਾਲ ਸਰਵਨ ਕਰਦੇ ਸਨ। ਭੋਲੇ ਸਨ ਨਾ, ਸਾਡੇ ਚਲਾਕੀਆਂ ਆ ਗਈਆਂ ਨੇ। ਅਸੀਂ ਪਤਾ ਨਹੀਂ 2 ਸ਼ਬਦ ਸੁਣ ਲਈਏ, ਪੜ੍ਹ ਲਈਏ, ਵਿਚਾਰ ਲਈਏ, ਅਸੀਂ ਸਮਝਦੇ ਹਾਂ ਸਾਡੇ ਵਰਗਾ ਕੋਈ ਗਿਆਨੀ ਨਹੀਂ ਹੈ, ਸਾਡੇ ਵਰਗਾ ਕੀਰਤਨੀਏ ਨਹੀਂ ਹੈ। ਨਹੀਂ, ਗੁਰੂ ਸਾਹਿਬ ਜਦ ਇਸ ਪੰਕਤੀ ਨੂੰ ਸ਼ਬਦ ਪੜ੍ਹ ਰਹੇ ਸਨ ਤੇ ਪੰਕਤੀ ਆ ਗਈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪਰ ਹੁੰਦਾ ਪਰਾਇਆ। ਗੁਰੂ ਸਾਹਿਬ ਜਦ ਇਹ ਪੰਕਤੀ ਉਚਾਰ ਰਹੇ ਸਨ, ਇੱਕ ਸਿੱਖ ਬੜਾ ਪਿਆਰ ਵਾਲਾ ਖੜਾ ਹੋਇਆ, ਮਹਾਰਾਜ ਨੂੰ ਕਹਿਣ ਲੱਗਾ, ਗੁਰੂ ਸਾਹਿਬ ਇਸ ਪੰਕਤੀ ਦੇ ਅਰਥ ਸਮਝ ਨਹੀਂ ਆ ਰਹੇ ਕਿ ਪਰ ਕਾ ਬੁਰਾ ਨਾ ਰਾਖੋ ਚੀਤ। ਮਹਾਰਾਜ ਨੇ ਫਿਰ ਉਸ ਨੂੰ ਕਿਹਾ, ਸਿੱਖਾ ਬੈਠ ਜਾ। ਗੁਰੂ ਨੇ ਪਹਿਲਾਂ ਉਹਨਾਂ ਦੇ ਭਾਵ ਅਰਥ, ਪਹਿਲਾਂ ਇੱਕ ਹੁੰਦੇ ਨੇ ਅੱਖਰੀ ਅਰਥ, ਉਸ ਤੋਂ ਬਾਅਦ ਉਹਨੂੰ ਡਿਟੇਲ ਵਿੱਚ ਕਹਿੰਦੇ ਨੇ ਭਾਵ ਅਰਥ, ਤੇ ਨਾਲ ਜੇ ਦ੍ਰਿਸ਼ਟਾਂਤ ਦੇ ਦਿੱਤਾ ਜਾਏ ਉਹਦਾ ਫਿਰ ਖੁਲਾਸਾ ਹੋ ਜਾਂਦਾ ਹੈ। ਜਦੋਂ ਵੀ ਗੁਰੂ ਕਦੀ ਵੀ ਕੋਈ ਸਿੱਖਿਆ ਦੇਣੀ ਹੋਵੇ ਨਾ, ਉਹ ਕਿਸੇ ਇੱਕ ਬੰਦੇ, ਪਰਟੀਕੂਲਰ ਇੱਕ ਬੰਦੇ ਨੂੰ ਨਹੀਂ ਦਿੰਦੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਜਦੋਂ ਗੁਰੂ ਕੋਈ ਸਿੱਖਿਆ ਦਿੰਦਾ ਹੈ ਨਾ, ਉਹ ਕਿਸੇ ਇੱਕ ਖਾਸ ਵਿਅਕਤੀ ਵਾਸਤੇ ਨਹੀਂ ਹੁੰਦੀ, ਸਗਲ ਜਹਾਨ ਵਾਸਤੇ ਹੁੰਦੀ ਹੈ। ਗੁਰਮੁਖ ਹੋਏ ਸੋ ਭੋਗ ਕਰੇ। ਪਰ ਜਿਹੜੇ ਗੁਰਮੁਖ ਹੁੰਦੇ ਨਾ, ਉਹ ਉਸ ਨਿਰਮਲ ਭੋਗ ਦੇ ਨਾਲ ਉਸ ਨੂੰ ਸੁਣਦੇ ਨੇ, ਤੇ ਉਹ ਸੁਣਨ ਤੋਂ ਬਾਅਦ ਕੀ ਕਰਦੇ ਨੇ, ਨਾਲ ਨਾਲ ਸੁਣਦੇ ਨੇ, ਆਪਣਾ ਆਪ ਪਛਾਣੇ। ਜਦੋਂ ਕੋਈ ਮਹਾਂਪੁਰਖ, ਕੋਈ ਨਾਮ ਜਪਣ ਵਾਲਾ, ਕੋਈ ਗੁਰੂ, ਕੋਈ ਪੀਰ ਜੇ ਦਰਗਾਹੀ ਬਚਨ ਕਰ ਰਹੇ ਹੁੰਦੇ ਨੇ ਨਾ, ਤੇ ਗੁਰਮੁਖ ਜਨ ਕੀ ਕਰਦੇ ਨੇ, ਗੁਰਮੁਖ ਜਨ ਕਰਦੇ ਨੇ, ਗੁਰਮੁਖ ਹੋਏ ਸੋ ਭੋਗ ਕਰੇ। ਉਹ ਡਰ ਵਿੱਚ ਆਉਂਦੇ ਨੇ। ਡਰ ਉਹ ਨਹੀਂ ਜਿਸ ਤਰ੍ਹਾਂ ਕਿਸੇ ਵੱਡੇਪਨ ਦਾ ਹੋਣ ਦਾ ਡਰ, ਨਹੀਂ ਨਹੀਂ ਨਹੀਂ, ਨਿਰਮਲ ਭੋਗ। ਜਿਸ ਤਰ੍ਹਾਂ ਕਈ ਮਾਤਾ ਪਿਤਾ ਮਾਰਦੇ ਨਹੀਂ ਬੱਚਿਆਂ ਨੂੰ, ਪਰ ਉਹਨਾਂ ਦੀ ਅੱਖ ਦਾ ਇਸ਼ਾਰਾ ਹੀ ਬੜਾ, ਹਾਲਾਂ ਉਹਨਾਂ ਨੇ ਕੁਝ ਕਹਿਣਾ ਨਹੀਂ ਹੈ, ਲੇਕਿਨ ਇੱਕ ਇਸ ਤਰ੍ਹਾਂ ਕਹਿ ਲਾ, ਐਜ਼ ਏ ਰਿਸਪੈਕਟ ਜੋ ਇੱਕ ਵੱਡੇ ਨੂੰ ਦਈ ਦੀਏ, ਉਹਦਾ ਪੈ, ਉਹਨੂੰ ਕਹਿੰਦੇ ਨਿਰਮਲ ਭੋਗ। ਉਹ ਮਲ ਤੋਂ ਰਹਿਤ ਭੋਗ ਹੈ। ਉਹ ਨਹੀਂ ਹੈ ਕਿ ਮੈਂ ਭੈੜੇ ਕੰਮ ਕੀਤੇ ਹੋਏ ਨੇ ਤੇ ਮੈਂ ਤਾਂ ਡਰ, ਨਹੀਂ ਨਹੀਂ, ਐਸੀ ਗੱਲ ਨਹੀਂ ਹੈ। ਤੇ ਉਹ ਜਦੋਂ ਮਹਾਰਾਜ, ਦੇਖੋ ਜਿੰਨੀ ਮਹਾਰਾਜ ਦੀ ਬਾਣੀ ਹੈ ਨਾ, ਕਿਸੇ ਸੰਗਤ ਨੂੰ ਨਹੀਂ ਕਿਹਾ ਬਈ ਤੂੰ ਐਵੇਂ। ਮਹਾਰਾਜ ਕਹਿੰਦੇ ਨੇ, ਹਮ ਨਹੀਂ ਚੰਗੇ, ਹਮ ਅਵਗੁਣ ਭਰੇ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਦੇਖੋ ਇਹ ਬਾਣੀ ਦੀ ਨਾ ਇੱਕ ਸ਼ੈਲੀ ਹੈ, ਧਿਆਨ ਦੇਣਾ ਕਿ ਬਾਣੀ ਗੁਰੂ ਸਾਹਿਬ ਨੇ ਸਾਨੂੰ ਨਹੀਂ ਕਿਹਾ ਬਈ ਇਹ ਆਪਣੇ ਤੇ ਟੁਕਾ ਕੇ, ਹੋ ਅਪਰਾਧੀ ਗੁਨਾਹਗਾਰ। ਭਾਈ ਗੁਰਦਾਸ ਜੀ, ਮੈਂ ਅਪਰਾਧੀ ਹਾਂ, ਪਰ ਜਦੋਂ ਤੁਸੀਂ ਬਾਣੀ ਪੜ੍ਹੋਗੇ ਉਹ ਤੁਹਾਡੇ ਤੇ ਢੁਕ ਜਾਏਗੀ, ਮੇਰੇ ਤੇ ਢੁਕ ਜਾਏਗੀ, ਮੈਂ ਪੜਾਂਗਾ ਮੇਰੇ ਤੇ ਢੁਕ ਜਾਏਗੀ। ਜੇ ਗੁਰੂ ਸਾਹਿਬ ਕਹਿਣ ਬਈ ਤੂੰ ਬੜਾ ਔਗਣ ਵਾਲਾ ਹੈ, ਤੇ ਉਹ ਬੰਦਾ ਗੁੱਸਾ ਕਰ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਮੈਂ ਔਗਣ ਵਾਲਾ ਵਾਂ, ਤੇ ਜਦੋਂ ਤੁਸੀਂ ਬਾਣੀ ਪੜ੍ਹੋਗੇ ਨੈਚੁਰਲੀ ਸਾਡੇ ਉੱਤੇ ਉਹ ਆ ਜਾਏਗੀ ਕਿ ਮੈਂ ਵੀ ਔਗਣ ਵਾਲਾ ਵਾਂ। ਦੇਖੋ ਇਹ ਨਵੇਕਲਾ ਢੰਗ ਹੈ ਗੁਰਬਾਣੀ ਦਾ। ਤੇ ਗੁਰੂ ਸਾਹਿਬ ਨੇ ਜਦ ਇਸ ਪੰਕਤੀ ਚੱਲੀ ਤੇ ਇੱਕ ਸਿੱਖ ਖੜਾ ਹੋਇਆ, ਤੇ ਮਹਾਰਾਜ ਨੇ ਪਹਿਲਾਂ ਉਹਦੇ ਅੱਖਰੀ ਅਰਥ ਕੀਤੇ, ਭਾਈ ਪਰ ਕਾ ਬੁਰਾ, ਕਿਸੇ ਦਾ ਪਰਾਏ ਦਾ ਵੀ ਤੂੰ ਬੁਰਾ ਨਾ ਕਰ। ਤੁਮ ਕੋ ਪਰ ਕਾ ਬੁਰਾ ਨਾ ਰਾਖੋ ਚੀਤ। ਆਪਣੇ ਚਿੱਤ ਦੇ ਵਿੱਚ, ਧਿਆਨ ਦੇ ਵਿੱਚ ਕਦੀ ਵੀ ਸਿੱਖਾ ਪਰਾਏ ਦਾ ਬੁਰਾ ਨਾ ਸੋਚੀ। ਮਹਾਰਾਜ ਨਹੀਂ ਸੋਚਾਂਗੇ ਕੀ ਹੋਏਗਾ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਉਹ ਪਾਤਸ਼ਾਹ ਕਹਿੰਦੇ ਨੇ, ਇਹ ਮੇਰੇ ਮਿੱਤਰੋ, ਤੁਹਾਨੂੰ ਪਤਾ ਕੀ ਹੋਏਗਾ, ਤੁਹਾਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਲੱਗੇਗਾ। ਦੇਖੋ ਜਦੋਂ ਇਹ ਭਾਵਨਾ ਬਣ ਜਾਏ,
गुरु साहब ने दृष्टांत दे के किया जी मैं दृष्टांत दे रहा, दृष्टांत विच कई बारी उदाहरण दे के ना अजोके समय दी ते वो गल जल्दी पकड़ च आ जाती है कि हे परमात्मा सानू ऐसा ज्ञान उस गुरु कोलों मिल जाता है जो किसी होर कोलों नहीं मिलता। गुरु साहब ने दृष्टांत दिता बड़ा प्यार विच, कहते एक राजा सी, ये गुरु अर्जन देव महाराज दे बोल ने। मैं जब साखी पढ़ रहा सी ते मैं सिखां ने समझाउण नूं यतन किया सिखां नूं बई इस तरह पराए दा बुरा ना सोचो। देखो मैं किसी दा बुरा सोचांगा ना वो मेरे तो 10 गुणा ज्यादा सोचेगा। इस गल नूं इस नुकते नूं ना जरा पकड़ ही च लैना, बड़ी ध्यान वाली गल सुनने वाली है। तुसीं किसी लिए दुआ करो वो तुहाडे तो ज्यादा तुहाडे नाल प्यार करेगा। ये ना वेव्स होंदियां ने। गुरु साहब ने कहा एक राजा सी, ਉਹਦਾ वजीर बहुत सियाणा सी। ये गुरु अर्जन देव महाराज दे बोल ने। ते ਉਹ राजा की करदा सी, रोजाना सैर ते सवेरे निकलदा सी, वजीर नाल हुंदा सी ते रोज चक्कर कढ़ के आना, 2 घंटे सैर 2-2.5 घंटे सैर करके आंदा। एक दिन राजे ने की किया, वजीर नूं जा रहा सी, कहंदा ये जिहड़ी झोंपड़ी है ना रस्ते विच वजीर इहनूं ढा दी, 15 दिन का तैनूं टाइम देना, जिहड़ा भी इस झोंपड़ी विच रह रहा है 15 दिन का तैनूं समय है ढा दी। देखो पंक्ति साडी गुरु साहब की उही है, पर का बुरा ना राखो चीत। 7 बचन वजीर कहंदा 7 बचन, क्योंकि राजा का वो वजीर सी, उन्होंने कहना मनना सी, हुक्म मनना पैना सी। हुण राजा घर चला गया, अपने महल ही चला गया। जद वजीर घर आया, बड़ा आत्मक सोच उच्ची सी, कहंदा 40 साल हो गए ने मैं राजे नाल सैर करदियां, इहदे मन विच कदी ख्याल नहीं आया कि यह झुग्गी तो 40 साल तो है। अज राजे दे मन दे विच क्यों विचार आ गया कि इहदी झुग्गी ढा दो। देखो साध संगत, ये अध्यात्मिक बंदे की सोच है। जे मेरे मन विच किसी प्रति बुरा आ रहा है ना, तुसी मत जानो वो 10 गुणा कहते हैं किसी दे वास्ते खाई खोदो ना, वो खड्डा खोद के बैठा हुंदा है। ते उन्हें की कीता, वो चला गया झोंपड़ी वाले को। कहंदा बई राजा दे आर्डर होए नहीं, 15 दिन विच तेरी जिहड़ी झोंपड़ी है राजे ने क्या ढा जानी है। वो रोन लग पिया। वजीर कहंदा रोन वाली गल नहीं है, मैं तेरी झोंपड़ी बचा सकना वा। वो कहंदा वो किवें, तू किवें बचा सकना है, भाई राजे दे आर्डर ने, तू किवें बचा सकना है। कहने जो मैं पूछांगा तू सच सच दस दे। ये गुरु अर्जन देव महाराज बचन कर रहे हैं। कहंदा पुछो। कहंदा तू कुछ दिन पहला कदी राजा का बुरा सोचिया तू। वो थोड़े दिन पहला पिछे जांदा है, महीना को पहला, कहंदा हाँ मैं राजे बारे बुरा सोचिया सी। देखो गल पकड़ आ गई। वो कहंदा की सोचिया सी। कहंदा वजीर नूं, कहंदा राजा पिछे बीमार पिया सी ना बड़ा। कहंदा हाँ पिया सी। कहंदा मैं उस वेले एक रिवाज हुंदा सी कि जिहड़ा कोई शरीर चढ़ाई कर जांदा सी ना, तो सारे ना उहदे मुख ते ना एक छोटी जी चंदन की लकड़ी रखते सी उहदे शरीर ते।
ਕਹਿੰਦਾ ਮੈਂ ਸੋਚਿਆ ਰਾਜਾ ਤੇ ਬੜਾ ਬਿਮਾਰ ਹੈ, ਇਹਨੇ ਮਰ ਜਾਣਾ ਹੈ, ਤੇ ਇੱਥੇ ਦੀ ਲੋਕਾਂ ਨੂੰ ਚੰਦਨ ਦੀ ਲੱਕੜੀ ਪੈਣੀ ਹੈ। ਮੈਂ ਸਾਰੀ ਲੱਕੜ ਇਕੱਠੀ ਕਰ ਲਈ ਤੇ ਬਈ ਜਦੋਂ ਇਹ ਮਰੇਗਾ ਤੇ ਮੈਂ ਇਹ ਲੱਕੜ ਮੇਰੀ ਵਿਕ ਜਾਏਗੀ, ਮੈਂ ਸੌਖਾ ਹੋ ਜਾਵਾਂਗਾ। ਵਜ਼ੀਰ ਸਮਝ ਗਿਆ। ਦੇਖੋ ਉਹਦੇ ਮਨ ਦੇ ਵਿੱਚ ਫੁਰਨਾ ਬਣਿਆ ਨਾ। ਇੱਧਰ ਰਾਜੇ ਦੇ ਪ੍ਰਤੀ ਰਾਜੇ ਨੂੰ ਫੁਰਨਾ ਆ ਗਿਆ ਵੀ ਇਹਦੀ ਝੌਂਪੜੀ ਢਾ ਦੋ। ਪਹਿਲਾਂ 40 ਸਾਲ ਨਹੀਂ ਆਈ ਸੀ। ਕਿਸੇ ਵੀ ਪਰਾਏ ਦਾ ਬੁਰਾ ਸੋਚਨੇ ਆ ਨਾ, ਇਹ ਸੋਚੋ ਕਿ ਸਾਡਾ ਬੁਰਾ ਹੋਣਾ ਲਾਜ਼ਮੀ ਹੈ। ਤਾਂ ਹੀ ਤੇ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ। ਦੇਖੋ ਅਸੀਂ ਤੇ ਕਿਸੇ ਚੰਗੇ ਦਾ ਵੀ ਭਲਾ ਨਹੀਂ ਕਰਦੇ, ਮਾਰੇ ਤੇ ਕਹਿੰਦੇ ਨੇ ਬੁਰੇ ਦਾ ਵੀ ਭਲਾ ਨਾ ਕਰ, ਭਲਾ ਕਰ ਵਾਹਿਗੁਰੂ। ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਢਾਏ, ਮਨ ਦੇ ਵਿੱਚ ਗੁੱਸਾ ਨਾ ਲਿਆ। ਜਦੋਂ ਗੁੱਸਾ ਆਉਂਦਾ ਨਾ ਮਨ ਦੇ ਵਿੱਚ, ਰੋਸ ਆਉਂਦਾ, ਇਹ ਰੋਗ ਸਾਰੇ ਤਾਂ ਹੀ ਪੈਦਾ ਹੁੰਦੇ ਨੇ। ਇਹ BP ਸ਼ੂਗਰ ਕਾਹਦੇ ਨੇ? ਡਾਕਟਰ ਕਹਿੰਦਾ ਟੈਨਸ਼ਨ ਹੈ। ਜਦੋਂ ਬੰਦਾ ਕ੍ਰੋਧਿਤ ਹੁੰਦਾ ਨਾ, ਉਸ ਵੇਲੇ ਇਹ ਰੋਗ ਪੈਦਾ ਹੁੰਦੇ ਨੇ। ਤਾਂ ਪਾਤਸ਼ਾਹ ਫਰੀਦ ਜੀ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਬੁਰੇ ਦਾ ਭਲਾ ਕਰ ਤੇ ਗੁੱਸਾ ਮਨ ਵਿੱਚ ਨਾ ਲਿਆ, ਤੇ ਹੋਏਗਾ ਕਿ ਇਸ ਦੇਹ ਨੂੰ ਤੈਨੂੰ ਕੋਈ ਰੋਗ ਨਹੀਂ ਲੱਗੇਗਾ, ਪੱਲੇ ਸਭ ਕੁਛ ਪਾਏ। ਅਸੀਂ ਕੀ ਸੇਧ ਲਈ ਕਿ ਗੁਰੂ ਨਾਨਕ ਦੇ ਸਿੱਖ ਹੋ ਕੇ ਕਿਸੇ ਦਾ ਬੁਰਾ ਨਾ ਚਿਤਵੀਏ। ਮੈਂ ਕਹਿੰਦਾ ਚਿਤ ਵੀ ਲਈਏ। ਜਦੋਂ ਤੁਸੀਂ ਅਰਦਾਸ ਕਰੋਗੇ ਤੇ ਫਿਰ ਤੇਰੇ ਭਾਣੇ ਸਰਬਤ ਦਾ ਭਲੇ ਦਾ ਉਹ ਸਿਧਾਂਤ ਕਿੱਥੇ ਫਿਰ ਫਿੱਟ ਹੋਏਗਾ? ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਤੇ ਅਰਦਾਸ ਹੀ ਕਿਸੇ ਦੇ ਬੁਰੇ ਵਾਸਤੇ ਨਹੀਂ ਹੋ ਸਕਦੀ। ਕੋਈ ਵੀ ਅੱਜ ਤੱਕ ਦੱਸੋ ਕਿਸੇ ਨੇ ਕਿਹਾ ਹੋਇਆ ਉਹਦਾ ਮਾੜਾ ਹੋ ਜਾਏ? ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਤੂੰ ਬੁਰੇ ਦਾ ਵੀ ਭਲਾ ਮੰਗ। ਦੇਖੋ ਚੰਗੇ ਦਾ ਤੇ ਹਰ ਕੋਈ ਚੰਗਿਆਈ ਦੀ ਉਹਦੀ ਕਰਦਾ, ਪਰ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਕਹਿਣਾ ਤੂੰ ਬੁਰੇ ਦਾ ਵੀ ਭਲਾ ਕਰ। ਇਹ ਹੁਣ ਕਰੋਨਾ 'ਚ ਦੇਖ ਹੀ ਰਹੇ ਹੋ, ਕਈ ਉਹਦੇ ਵਿੱਚ ਉਹ ਵੀ ਨੇ ਜਿਨ੍ਹਾਂ ਨੇ 84 ਦੇ ਵਿੱਚ ਸਿੱਖਾਂ ਨੂੰ ਲੁੱਟਿਆ ਵੀ ਹੋਣਾ, ਪਰ ਸਿੱਖਾਂ ਨੇ ਕਿਸੇ ਬਦਲੇ ਭਾਵ ਦੇ ਨਾਲ ਨਹੀਂ। ਜੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਸੀ, ਪਰ ਉਹਨਾਂ ਨੇ ਦਵਾਈ ਦੀ ਲੋੜ ਪਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਰਾਏ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਾਡੇ ਦਾਦੇ ਪਰਦਾਦਿਆਂ ਨੂੰ ਸ਼ਹੀਦ ਕੀਤਾ ਹੈ ਤੇ ਅਸੀਂ ਤੁਹਾਨੂੰ ਨਹੀਂ। ਇਹ ਸਿਧਾਂਤ ਹੀ ਨਹੀਂ ਹੈ। ਤੇ ਰਾਜਾ ਦੇ ਜਦ ਇਹ ਬਚਨ ਹੋਏ ਤੇ ਫਿਰ ਵਜ਼ੀਰ ਕਹਿੰਦਾ ਮੈਂ ਇੱਕ ਤੇਰੀ ਕੰਮ ਕਰ ਦਿੰਦਾ ਵਾਂ, ਤੂੰ ਮੇਰਾ ਕਹਿਣਾ ਮੰਨ ਲੈ। ਦੇਖੋ ਜਿਹੜਾ ਆਤਮਿਕ ਤੌਰ ਤੇ ਜਿਹਦੀ ਅਵਸਥਾ ਉੱਚੀ ਹੁੰਦੀ ਹੈ ਨਾ, ਉਹ ਵਿਚੋਲਾ ਬਣ ਕੇ ਨਾ ਉਹ ਪਾੜ ਨਹੀਂ ਪਾਉਂਦਾ। ਅੱਜ ਕਈ ਰਿਸ਼ਤੇ ਬੱਚੇ ਬੱਚੀ ਦੇ ਹੁੰਦੇ ਨੇ ਨਾ, ਉਹ ਵਿਚੋਲੇ ਜਿਹੜੇ ਹੁੰਦੇ ਨਾ ਜਾਣ ਕੇ ਲੱਤ ਮਾਰ ਜਾਂਦੇ ਨੇ। ਬਈ ਧੀ ਉਹਦੀ ਚੰਗੀ ਵੀ ਏ ਤਾਂ ਵੀ ਕਹਿੰਦੇ ਨੇ ਮਾੜੀ ਏ ਜੀ, ਵੱਧ ਚੱਲਣ ਨੇ। ਤੈਨੂੰ ਕੀ ਮਿਲਿਆ ਭਾਈ? ਸਤਿਗੁਰੂ ਨੇ ਨਾ ਜਿਹੜੇ ਸਾਡੇ ਗੁਰੂ ਸਾਹਿਬ, ਉਹ ਇਸ ਤਰ੍ਹਾਂ ਦੀ ਸਾਨੂੰ ਸਿੱਖਿਆ ਨਹੀਂ ਦਿੰਦੇ। ਰੋਜ਼ ਪੜ੍ਹਦੇ ਹੋ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰੂ ਪਰਮਾਤਮਾ ਦੇ ਸਾਡੇ ਵਿੱਚ ਇੱਕ ਵਿਚੋਲਾ ਹੈ, ਇੱਕ ਵਕੀਲ ਹੈ। ਗੁਰੂ ਕਦੀ ਵੀ ਸਿੱਖ ਦਾ ਮਾੜਾ ਨਹੀਂ ਚਾਹੁੰਦਾ। ਉਹ ਚਾਹੁੰਦਾ ਕਿ ਮੈਂ ਇਹਨੂੰ ਪਰਮਾਤਮਾ ਦੇ ਤੋਂ ਵਿਛੜਿਆ ਪਰਮਾਤਮਾ ਨਾਲ ਮੇਲ ਕਰਾ ਦਾਂ। ਦਰਅਸਲ ਵਿਚੋਲੀਏ ਦਾ ਕੰਮ ਵੀ ਇਹੀ ਹੋਈ ਹੈ, ਔਰ ਉਹ ਕੰਮ ਵਜ਼ੀਰ ਨੇ ਕੀਤਾ। ਗੁਰੂ ਸਾਹਿਬ ਨੇ ਕਿਹਾ, ਵਜ਼ੀਰ ਨੇ ਕਿਹਾ ਮੈਂ ਇੱਕ ਕਾਰਨ ਤੇਰੀ ਮੈਂ ਝੁੱਗੀ ਬਚਾ ਸਕਣਾ, ਲੱਕੜ ਜਿੰਨੀ ਤੇਰੀ ਏ ਉਹ ਮੈਂ ਸਾਰੀ ਰਾਜ ਦਰਬਾਰ ਦੇ ਵਿੱਚੋਂ ਮਾਇਆ ਦੇ ਕੇ ਖਰੀਦ ਕੇ ਰਾਜ ਦਰਬਾਰ ਵਿੱਚ ਰੱਖ ਦਿੰਦਾ। ਜਦੋਂ ਤੂੰ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਨਾ, ਤੈਨੂੰ ਇਹ ਮਾਇਆ ਤੇ ਮਿਲ ਜਾਏਗੀ। ਉੱਠ ਕੇ ਇਹ ਅਰਦਾਸ ਕਰੀ। ਪਹਿਲਾਂ ਤੇ ਕਹਿੰਦਾ ਸੀ ਨਾ ਰਾਜਾ ਜਲਦੀ ਮਰ ਜਾਏ ਤੇ ਮੇਰੀ ਸੇਲ ਹੋਵੇ, ਹੁਣ ਇਹ ਅਰਦਾਸ ਕਰੀ ਰਾਜਾ ਜਲਦੀ ਰਾਜੀ ਹੋ ਜਾ। ਦੇਖੋ ਤੁਹਾਡੇ ਜੀਵਨ ਵਿੱਚ ਵੀ ਕਦੀ ਇਸ ਤਰ੍ਹਾਂ ਦੀਆਂ ਕੋਈ ਪਰੇਸ਼ਾਨੀਆਂ ਆ ਜਾਣ ਤੇ ਜੇ ਕਿੱਥੇ ਤੁਹਾਨੂੰ ਵਿਚੋਲਾ ਬਣ ਕੇ ਲੈ ਕੇ ਗਏ ਹੋ ਨਾ, ਤੇ ਤੁਸੀਂ ਪਾਰਸ਼ਿਟੀ ਨਹੀਂ ਕਰਨੀ। ਤੁਸੀਂ ਵੀ ਇਸ ਤਰ੍ਹਾਂ ਦੇ ਅਸੀਂ ਰੋਲ ਨਿਭਾਣੇ ਨੇ। ਹੈ ਨੁਕਤੇ ਨੇ ਛੋਟੇ ਛੋਟੇ। ਉਹ 15 ਦਿਨ ਦਾ ਟਾਈਮ ਸੀ। ਰਾਜੇ ਦੇ ਦਰਬਾਰ ਵਿੱਚ ਉਹਨੇ ਲੱਕੜ ਸਾਰੀ ਖਰੀਦ ਕੇ ਮਾਇਆ ਰਾਜ ਵਿੱਚੋਂ ਦੇ ਦਿੱਤੀ, ਕਿਉਂਕਿ ਬੜਾ ਉਹਨੂੰ ਵਿਸ਼ਵਾਸ ਸੀ
ਵਜ਼ੀਰ ਤੇ। ਹੁਣ ਉਹ ਜਿੱਥੇ ਉਹ ਮਾੜੇ ਦੀ ਸੋਚਦਾ ਸੀ, ਹੁਣ ਉਹਨੀ ਥਿੰਕਿੰਗ ਸੋਚ ਹੋ ਗਈ ਕਿ ਹੁਣ ਰਾਜਾ ਜਲਦੀ ਰਾਜੀ ਹੋ ਜਾਏ। ਉਹ ਸਵੇਰੇ ਨੇਮ ਕਰੇ ਔਰ ਇਹੀ ਉਹ ਝੁੱਗੀ ਵਾਲਾ ਕਿ ਹੇ ਪਰਮਾਤਮਾ ਸਾਡੇ ਇਸ ਰਾਜੇ ਨੂੰ ਜਲਦੀ ਰਾਜੀ ਕਰ ਦਿਓ, ਜਲਦੀ ਠੀਕ ਕਰ ਦਿਓ। ਬਸ ਹੁਣ ਇੱਕੋ ਕਰਦਾ ਸੀ। ਹੁਣ 14-15 ਦਿਨ ਹੋਏ ਰਾਜੇ ਨਾਲ ਸਵੇਰੇ ਸੈਰ ਕਰ ਰਿਹਾ ਰਾਜਾ ਵਜ਼ੀਰ ਦੇ ਨਾਲ। ਕਹਿੰਦਾ ਵਜ਼ੀਰ ਤੈਨੂੰ ਮੈਂ ਕਿਹਾ ਸੀ ਇਹ ਝੁੱਗੀ ਢਾ ਦੇ, ਤੇ 15 ਦਿਨ ਹੋ ਗਏ ਤੂੰ ਝੁੱਗੀ ਨਹੀਂ ਢਾਈ। ਅੱਗੋਂ ਵਜ਼ੀਰ ਪਤਾ ਕਹਿੰਦਾ ਹਾਂ ਮੈਂ ਉਹਨੂੰ ਕਹਿ ਦਿੱਤਾ 2-4 ਦਿਨਾਂ ਅੰਦਰ ਢਾ ਦਾਂਗੇ। ਕਿਉਂਕਿ ਰਾਜਾ ਤਾਂ ਕਹਿੰਦਾ ਸੀ, ਕਹਿੰਦਾ ਰਸਤਾ ਸਾਨੂੰ ਬੜਾ ਲੰਬਾ ਜਾਣਾ ਪੈਂਦਾ ਹੈ, ਝੁੱਗੀ ਵਿੱਚ ਆਉਂਦੀ ਹੈ। ਕਹਿੰਦਾ ਉਹ ਮੈਂ ਉਹਨੂੰ ਕਿਹਾ ਹੋਇਆ ਵੇ। ਉਹ ਕਹਿੰਦਾ 2-4 ਦਿਨਾਂ ਵਿੱਚ ਦੀ ਗੱਲ ਹੈ, ਗਰੀਬ ਆਦਮੀ ਹੈ, ਉਹ ਤੁਸੀਂ 2-4 ਦਿਨ ਦਾ ਸਮਾਂ ਹੋਰ ਦੇ ਦਿਓ। ਰਾਜਾ ਕਹਿੰਦਾ ਚਲੋ ਛੱਡੋ ਵਜ਼ੀਰ, ਅਸੀਂ ਰਸਤਾ ਲੰਬਾ ਕਰ ਲਵਾਂਗੇ, ਇੱਕ ਗਰੀਬ ਦੀ ਝੁੱਗੀ ਝੌਂਪੜੀ ਕਿਉਂ ਢਾਣੀ ਹੈ। ਸਮਝ ਆਈ ਗੁਰੂ ਸਾਹਿਬ ਕੀ ਸਮਝਾ ਰਹੇ ਸੀ? ਜਦੋਂ ਤੇ ਉਹਨੇ ਅਰਦਾਸਾਂ ਉਹਦੀਆਂ ਮਾੜੇ ਦੀਆਂ ਕੀਤੀਆਂ ਤੇ ਰਾਜੇ ਦੇ ਵਿੱਚ ਫੁਰਨਾ ਆ ਗਿਆ, ਜਿਹੜਾ 40 ਸਾਲ ਵਿੱਚ ਨਹੀਂ ਆਇਆ। ਜਦ ਉਹਨੇ ਰਾਜੇ ਦੇ ਪ੍ਰਤੀ ਪਿਆਰ ਕਰਨਾ ਸ਼ੁਰੂ ਕੀਤਾ, ਰਾਜੇ ਦੇ ਪ੍ਰਤੀ ਸਿੰਪਤੀ ਦਿਖਾਣੀ ਸ਼ੁਰੂ ਕੀਤੀ ਪਰਮਾਤਮਾ ਦੇ ਅੱਗੇ, ਤੇ ਰਾਜੇ ਦੇ ਅੰਦਰ ਵੀ ਪਿਆਰ ਜਗ ਪਿਆ। ਕਹਿੰਦਾ ਛੱਡ ਯਾਰ, ਐਵੇਂ ਇੱਕ ਗਰੀਬ ਦੀ ਝੁੱਗੀ ਝਾਣੀ ਹੈ, ਅਸੀਂ ਆਪ ਲੰਬਾ ਸਫ਼ਰ ਤੈਅ ਕਰ ਲਾਂਗੇ, ਕਿਸੇ ਗਰੀਬ ਨਾਲ ਮਾਰ ਨਾ ਹੋਵੇ। ਇਹ ਕੀ ਹੈ? ਪਰ ਕਾ ਬੁਰਾ ਨਾ ਰੱਖੋ ਚੀਤ। ਗੁਰੂ ਸਾਹਿਬ ਨੇ ਸੰਗਤਾਂ ਨੂੰ ਐਵੇਂ ਸਮਝਾਇਆ, ਕਿਸੇ ਦਾ ਦਿਲ ਦੁਖਾ ਦੇਣਾ ਸਮਝੋ ਕਿ ਆਪਣੇ ਨੇਮ ਨੂੰ ਅਸੀਂ ਅਜਾਇਆ ਗਵਾ ਰਹੇ ਹਾਂ। ਗੁਰੂ ਸਾਹਿਬ ਨੇ ਤੇ ਸਾਡੇ ਘਰ ਵਿੱਚ ਪਹਿਲਾਂ ਦਇਆ ਲਿਆਂਦੀ ਹੈ। ਧੋਲ ਧਰਮ ਦਇਆ ਕਾ ਪੂਤ। ਦੇਖੋ ਬਹੁਤ ਧਰਮ ਮੈਂ ਸਟੱਡੀ ਕਰਨਾ, ਕਈ ਵਾਰੀ ਮੈਂ ਉਹਨਾਂ ਕਿਸੇ ਨਿਹੱਥਿਆਂ ਦੀ ਹੱਤਿਆ ਕਰਦਿਆਂ ਵੇਖਣਾ ਨਾ, ਮੈਂ ਕਹਿੰਦਾ ਧੰਨ ਗੁਰੂ ਨਾਨਕ, ਤੁਸੀਂ ਮਹਾਨ ਹੋ, ਤੁਸੀਂ ਸਿੱਖ 'ਚ ਇੰਨੀ ਦਇਆ ਪਾ ਦਿੱਤੀ ਹੈ। ਜੀ ਦਇਆ ਪ੍ਰਵਾਨ। ਤੁਸੀਂ ਤੇ ਇੱਕ ਕਾਤਿਲ ਬੰਦਾ ਵੀ ਹੋਵੇ, ਕੋਈ ਪਾਪੀ ਬੰਦਾ ਵੀ ਹੋਵੇ, ਉਹ ਵੀ ਅਗਰ ਗੁਰੂ ਤੁਹਾਡੇ ਦਾਰੀ 'ਚ ਆ ਜਾਏ, ਤੁਸੀਂ ਉਹਦੇ ਤੇ ਵੀ ਦਇਆ ਕਰ ਦਿੰਦੇ ਹੋ। ਕਿਉਂ? ਗੁਰੂ ਸਾਹਿਬ ਕਹਿੰਦੇ ਨੇ ਮੈਂ ਸਿੱਖ ਨੂੰ ਧਰਮ ਬਾਅਦ ਵਿੱਚੋਂ ਸਿਖਾਇਆ, ਪਹਿਲਾਂ ਦਇਆ ਸਿਖਾਈ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਪਾਨ ਕਰਵਾਇਆ ਨਾ, ਧਰਮ ਨੂੰ ਪਹਿਲ ਨਹੀਂ ਦਿੱਤੀ, ਦਇਆ ਨੂੰ ਪਹਿਲ ਦਿੱਤੀ ਹੈ। ਤੁਸੀਂ ਨੋਟ ਕਰੋ, ਪਹਿਲਾਂ ਦਇਆ ਰਾਮ ਜੀ ਉੱਠ ਕੇ ਆਏ ਨੇ। ਬਈ ਜੇ ਮੈਂ ਖਾਲਸਾ ਧਰਮ ਦੀ ਸਾਜਨਾ ਕਰਨ ਲੱਗਾ ਨਾ, ਖਾਲਸਾ ਪੰਥ ਦੀ ਸਾਜਨਾ ਕਰਨ ਲੱਗਾ, ਉਸ ਧਰਮ ਦੇ ਵਿੱਚ ਪਹਿਲਾਂ ਦਇਆ ਹੋਣੀ ਚਾਹੀਦੀ ਹੈ। ਔਰ ਮੈਂ ਇੱਕ ਗੱਲ ਇੱਥੇ ਇਹ ਵੀ ਕਹਿ ਦੇਵਾਂ, ਜੇ ਕਿਸੇ ਨੂੰ ਗਰੀਬ ਨੂੰ, ਬੜੇ ਧਿਆਨ ਨਾਲ ਸੁਣਨਾ, ਜੇ ਕਿਸੇ ਨੂੰ ਰੱਬ ਦੀ ਪਈ ਮਾਰ ਤੇ ਅਸੀਂ ਖਿੱਲੀ ਉਡਾ ਰਹੇ ਹਾਂ ਜਾਂ ਹੱਸ ਰਹੇ ਹਾਂ, ਸਮਝ ਲੈਣਾ ਗੁਰੂ ਨਾਨਕ ਦੀ ਸਿੱਖੀ ਅਸੀਂ ਪ੍ਰਾਪਤ ਨਹੀਂ ਕੀਤੀ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਏ। ਕਿਸੇ ਕੰਗਾਲ ਤੇ, ਕਿਸੇ ਗਰੀਬ ਦੇ ਉੱਤੇ ਉਹਦੀ ਕੰਗਾਲਤਾ ਵੇਖ ਕੇ, ਉਹਦੀ ਰੱਬੀ ਮਾਰ ਦੇਖ ਕੇ ਤੂੰ ਹੱਸ ਨਾ, ਗਰਬ ਨਾ ਕਰ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਏ। ਅਜੇ ਸੋ ਨਾਓ ਸਮੁੰਦਰ ਮੇ, ਕਿਆ ਜਾਣਾ ਕਿਆ ਹੋਏ। ਅਰੇ ਤੇਰੀ ਨਾਮ ਵੀ ਤੇ ਸਮੁੰਦਰ ਵਿੱਚ ਹੈ ਨਾ। ਜੇ ਰੱਬ ਨੂੰ ਉਹਨੂੰ ਮਾਰ ਪਈਏ ਤੇ ਤੈਨੂੰ ਵੀ ਪੈ ਸਕਦੀ ਏ। ਜਦੋਂ ਕਦੀ ਸਰੀਰ ਤੇ ਕਸ਼ਟ ਆਏ, ਕੋਈ ਦੁੱਖ ਆਏ ਨਾ, ਆਪਣੇ ਜੀਵਨ ਨੂੰ ਐਨਾਲਿਸਿਸ ਕਰੀਏ, ਕਿਹਦਾ ਅਸੀਂ ਦਿਲ ਦੁਖਾਇਆ ਹੈ। ਕਿਸੇ ਨੂੰ ਦੇਖ ਕੇ ਹੱਸਣਾ। ਹਾਂ, ਗੁਰੂ ਨਾਨਕ ਦਾ ਸਿੱਖ ਹੋਵੇ। ਮੈਂ ਕਈ ਵਾਰੀ ਰਕਸ਼ੇ ਵਾਲਿਆਂ ਨੂੰ ਵੇਖਣਾ, ਇੰਨੀ ਮਿਹਨਤ ਕਰਦੇ ਨੇ, 3-3 ਬੰਦੇ 4-4 ਬੰਦੇ ਬਿਠਾ ਕੇ, ਕਿੰਨਾ ਗਰਮੀਆਂ ਦੇ ਵਿੱਚ। ਸਾਡੇ ਵਰਗੇ ਬੰਦੇ ਜਿਹੜੇ ਮਈ ਜੂਨ ਦੇ ਅੰਦਰ ਬਾਹਰ ਨਹੀਂ ਨਿਕਲ ਪਾਉਂਦੇ ਗਰਮੀਆਂ ਦੇ ਵਿੱਚ,
ਉਹ ਵਿਚਾਰੇ ਰਕਸ਼ਾ ਚਲਾਉਂਦੇ ਹੁੰਦੇ ਨੇ ਬੰਦਿਆਂ ਨੂੰ ਲੋਡ ਕਰਾ ਕੇ। ਮੈਂ ਸਾਰਿਆਂ ਦੀ ਤੇ ਮਦਦ ਨਹੀਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ। ਦੱਸੋ ਸਭ ਤੇ ਦਇਆ ਕਰ ਸਕਨੇ ਆ? ਹਾਂ ਅਸੀਂ ਕਰ ਸਕਨੇ ਆ। ਗੁਰੂ ਨਾਨਕ ਨੇ ਸਾਨੂੰ ਇਹ ਵੀ ਪੜ੍ਹਾਈ ਸਿਖਾਈ ਜੇ। ਮੈਂ ਗੁਰੂ ਨਾਨਕ ਕੋਲੋਂ ਪੁੱਛਿਆ, ਮਹਾਰਾਜ ਮੈਂ ਕਿਸੇ ਗਰੀਬ ਨੂੰ ਵੇਖਣਾ ਵਾਂ, ਕਿਸੇ ਮਜ਼ਲੂਮ ਨੂੰ ਵੇਖਣਾ ਵਾਂ, ਮੈਂ ਕਿਸੇ ਦੀ ਐਸੀ ਹਾਲਤ ਨੂੰ ਵੇਖਣਾ ਵਾਂ, ਮੈਂ ਕਰ ਕੁਛ ਨਹੀਂ ਸਕਦਾ, ਪਰ ਮੈਂ ਚਾਹਨਾ ਕੁਛ ਕਰਾਂ। ਮੇਰਾ ਕੋਈ ਰਿਸ਼ਤੇਦਾਰ ਕਿਸੇ ਕਾਰਨਵਸ਼ ਕੋਈ ਗਰੀਬੀ ਜਾਂ ਹੋਰ ਕਿਸੇ ਤਰ੍ਹਾਂ ਪਰੇਸ਼ਾਨ ਹੈ, ਮੈਂ ਮਦਦ ਕਰਨ ਜੋਗਾ ਨਹੀਂ ਕਿਉਂਕਿ ਮੇਰੀ ਆਪਣੀ ਹਾਲਤ ਹੋ ਵੱਜੀ ਹੈ, ਤੇ ਮੈਂ ਪਰ ਕਰਨਾ ਚਾਹਨਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਕਰ ਸਕਦਾ ਹੈ, ਹਰ ਇੱਕ ਸਿੱਖ ਕਰ ਸਕਦਾ ਹੈ। ਮਤ ਜਾਣੋ ਕਿ ਤੁਸੀਂ ਨਹੀਂ ਕਰ ਸਕਦੇ, ਤੁਸੀਂ ਵੀ ਕਰ ਸਕਦੇ ਹੋ। ਜੇ ਤੁਹਾਡਾ ਭਰਾ ਭੈਣ, ਕੋਈ ਰਿਸ਼ਤੇਦਾਰ, ਕੋਈ ਸਗੇ ਸੰਬੰਧੀ ਕਿਸੇ ਪੱਖ ਤੋਂ ਵੀ ਗਿਰਿਆ ਪਿਆ ਵੇ, ਤੁਸੀਂ ਸਾਰੇ ਮਦਦ ਕਰ ਸਕਦੇ ਹੋ। ਇਹ ਮੈਂ ਗੁਰੂ ਨਾਨਕ ਦੀ ਬਖਸ਼ੀ ਦੇ ਸਦਕੇ ਕਹਿ ਰਿਹਾ। ਤੁਸੀਂ ਪੁੱਛੋਗੇ ਕਿਵੇਂ? ਬਈ ਸਾਡੀ ਤੇ ਰੋਟੀ ਖੁਦ ਬੜੀ ਪੂਰੀ ਤਰ੍ਹਾਂ ਚੱਲਦੀ ਪਈ ਏ, ਅਸੀਂ ਕਿਸੇ ਦੀ ਕਰ ਕਿਵੇਂ ਸਕਨੇ? ਕਰ ਸਕਦੇ ਹਾਂ। ਮੈਨੂੰ ਕਿਸੇ ਤੇ ਤਰਸ ਆਇਆ, ਮੈਂ ਇਹਦਾ ਕੁਝ ਕਰਾਂ, ਭਲਾ ਕਰਾਂ, ਪਰ ਮੈਂ ਕਰ ਕੁਛ ਨਹੀਂ ਸਕਦਾ ਕਿਉਂਕਿ ਮੇਰੇ 'ਚ ਇੰਨੀ ਸਮਰੱਥਾ ਨਹੀਂ ਹੈ। ਹਾਂ, ਮੇਰੇ ਦਿਲ 'ਚ ਦਇਆ ਆਈ ਕਿਉਂਕਿ ਗੁਰੂ ਸਾਹਿਬ ਨੇ ਜਦ ਅੰਮ੍ਰਿਤਪਾਨ ਕਰਾਇਆ, ਪਹਿਲਾਂ ਉਸ ਛਿੱਟੇ ਦੇ ਅੰਦਰ ਦਇਆ ਪਾ ਦਿੱਤੀ, ਫਿਰ ਧਰਮ ਪਾਇਆ, ਫਿਰ ਇਸ ਤਰ੍ਹਾਂ ਕਰਕੇ ਸਾਨੂੰ ਸਾਹਿਬੀ ਮਿਲੀ ਹੈ, ਮਾਲਕੀ ਮਿਲੀ ਹੈ, ਫਿਰ ਹਿੰਮਤ ਮਿਲੀ ਹੈ, ਮੋਹਕਮ ਮਿਲੀ ਹੈ, ਫਿਰ ਜਾ ਕੇ ਮਾਲਕੀ ਮਿਲੀ ਹੈ ਤੇ ਦਇਆ ਪਾਈ ਹੈ। ਗੁਰੂ ਸਾਹਿਬ ਕਹਿੰਦੇ ਤੂੰ ਕਰ ਸਕਣਾ ਹੈ। ਤੂੰ ਘਰ ਬੈਠੇ ਜਿਹਨੂੰ ਪਿਆਰ ਕਰਨਾ ਹੈ, ਉਹਦੇ ਪ੍ਰਤੀ ਤੇਰੇ ਅੰਦਰ ਇੱਕ ਭਾਵਨਾ ਜੱਗੀ ਹੈ, ਮੈਂ ਇਹਦਾ ਕੁਝ ਕਰਾਂ। ਤੂੰ ਇੱਕ ਪਾਠ ਜਪਜੀ ਸਾਹਿਬ ਕਰਕੇ ਉਹਦੇ ਅੱਗੇ ਅਰਦਾਸ ਪ੍ਰਮਾਤਮਾ ਦੇ ਕਰ ਕਿ ਪ੍ਰਮਾਤਮਾ ਜਿਸ ਤਰ੍ਹਾਂ ਤੁਸੀਂ ਸਾਡੀ ਪੱਤ ਰੱਖੀਏ, ਸਾਡੀ ਇੱਜ਼ਤ ਰੱਖੀਏ, ਇਸ ਗਰੀਬੜੇ ਦੀ ਵੀ ਇੱਜ਼ਤ ਰੱਖ ਲਓ। ਦੇਖੋ ਇਹ ਨੁਕਤਾ ਜੇ ਸਮਝਣ ਵਾਲੀ ਗੱਲ ਹੈ। ਜੇ ਨਹੀਂ ਸਮਝੇ ਤੇ ਕਥਾ ਸੁਣ ਕੇ ਚਲੋ ਜੀ ਅੱਗੇ ਚਲੋ। ਭੈਣ ਕਿਸੇ ਪੱਖ ਤੋਂ ਬੜੀ ਪਰੇਸ਼ਾਨ ਹੈ, ਕੁੜੀਆਂ ਜਵਾਨ ਨੇ, ਪਰ ਸਾਧਨ ਕੋਈ ਨਹੀਂ, ਔਰ ਕਿਸ ਤਰ੍ਹਾਂ ਉਹਦੀ ਸ਼ਾਦੀ ਹੋਏਗੀ? ਕੁਛ ਗੱਲ ਨਹੀਂ। ਭਰਾ ਵੀ ਪੂਰਾ ਸੁਰ ਹੈ, ਭਰਾ ਰੋਜ਼ ਸਵੇਰੇ ਉੱਠ ਕੇ ਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਹੋਰ ਕਰ ਰਿਹਾ ਹੈ। ਗੁਰੂ ਸਾਹਿਬ ਮੇਰੀ ਭੈਣ ਤੇ ਵੀ ਦਇਆ ਕਰੋ, ਇਹਦੀਆਂ ਬੱਚੀਆਂ ਤੁਹਾਡੀਆਂ ਬੱਚੀਆਂ ਨੇ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸੁਣ ਮੀਤਾ, ਜਿਉ ਹਮਾਰਾ ਬਲਬਲ ਜਾਸੀ, ਹਰ ਦਰਸ਼ਨ ਦਿਓ ਦਿਖਾਈ। ਮੈਂ ਤੇਰੇ ਕੋਲ ਨਹੀਂ ਮੰਗਾਂਗਾ, ਕਿਹਦੇ ਕੋਲ ਮੰਗਾਂਗਾ? ਇਸ ਭੈਣ ਤੇ ਵੀ ਮੇਰੀ ਦਇਆ ਕਰ ਦੇ। ਔਰ ਤੁਹਾਡੀ ਅਰਜੀ ਵੇਸ ਨੇ ਨਾ ਉਹਦੇ ਕੋਲ ਵੈਸੇ ਹੀ ਪਹੁੰਚ ਜਾਣਗੀਆਂ। ਦੇਖੋ ਕੁੰਜਾਂ ਜਿਹੜੀਆਂ ਹੁੰਦੀਆਂ ਨੇ, ਕੁੰਜਾਂ, ਧਿਆਨ ਦੇਣਾ, ਕੁੰਜ ਕਿੱਥੇ? ਆਸਟ੍ਰੇਲੀਆ ਦੇ ਵਿੱਚ ਬਰਫ਼ ਪੈ ਜਾਂਦੀ ਹੈ, ਔਰ ਇੰਨੀ ਬਰਫ਼ ਪੈ ਜਾਂਦੀ ਹੈ ਉਹਨਾਂ ਨੂੰ ਉੱਥੋਂ ਜਾਣਾ ਪੈਂਦਾ ਹੈ। ਮਹਾਰਾਜ ਦੇ ਬਾਣੀ 'ਚ ਆਇਆ, ਊਡੇ ਉਡਾਵੇ ਸਹਿ ਕੋਸਾ ਤਿਸ ਪਾਛੇ ਬਚਰੇ ਛਰਿਆ। ਉਹ ਉੱਡ ਕੇ ਨਾ ਇਹ ਏਸ਼ੀਆ ਦੀ ਕੰਟਰੀਆਂ 'ਚ ਆ ਜਾਂਦੀਆਂ ਨੇ, ਆਸਟ੍ਰੇਲੀਆ ਤੋਂ, ਇੰਡੀਆ ਵਿੱਚ, ਪਾਕਿਸਤਾਨ, ਇਹ ਕੁੰਜਾਂ ਇੱਥੇ ਆ ਜਾਂਦੀਆਂ ਨੇ ਜਦ ਤੱਕ ਬਰਫ਼ ਉੱਥੇ ਪੈ ਰਹੀ ਹੁੰਦੀ ਹੈ। ਪਰ ਕਮਾਲ ਦੀ ਗੱਲ ਹੈ, ਉੱਥੇ ਜਿਹੜੇ ਆਂਡੇ ਦਿੱਤੇ ਹੁੰਦੇ ਨੇ ਨਾ ਉਹਨਾਂ ਨੇ, ਉਹ ਸੋਚਦੀਆਂ ਨੇ, ਹੁਣ ਇੱਥੇ ਆ ਕੇ ਸੋਚਦੀਆਂ ਨੇ ਕਿ ਉਹਨਾਂ ਮੇਰੇ ਬੱਚਿਆਂ ਨੂੰ ਕਿਸ ਤਰ੍ਹਾਂ ਭੋਜਨ ਮਿਲੇਗਾ, ਖੁਰਾਕ ਮਿਲੇਗੀ। ਜਦੋਂ ਉਹ ਆਂਡਿਆਂ 'ਚੋਂ ਬਾਹਰ ਆਣਗੇ, ਕੌਣ ਦੇਗਾ ਉਹਨਾਂ ਨੂੰ ਖੁਰਾਕ? ਊਡੇ ਉਡਾਵੇ ਸਹਿ ਕੋਸਾ ਤੀ ਪਾਛੇ ਬਛਰੇ ਛਰਿਆ, ਤਿੰਨ ਕਵਣ ਖਲਾਵੇ ਤਿੰਨ ਕਵਣ ਚੁਗਾਵੇ। ਤੇ ਮਹਾਰਾਜ ਕਹਿੰਦੇ ਨੇ ਮਨ ਮੇ ਸਿਮਰਨ ਕਰਿਆ। ਹੁਣ ਗੱਲ ਆ ਗਈ ਨਾ, ਜੇ ਮਨ ਵਿੱਚ ਮੈਂ ਸਿਮਰਨ ਕਰਾਂਗਾ, ਜੇ ਇੱਕ ਕੁੰਜ, ਇੱਕ ਪਕਸ਼ੀ ਦੀ ਪੁਕਾਰ ਸੁਣੀ ਜਾ ਸਕਦੀ ਹੈ। ਇੱਕ ਕੁੰਜ ਨੇ ਰੱਬ ਦੇ ਅੱਗੇ ਪੁਕਾਰ ਕੀਤੀ, ਜਦੋਂ ਮੁੱਖ ਤੇ ਦਾਣਾ ਪਾਣ ਲੱਗੀ ਉਹ ਮਾਂ, ਤੇ ਉਹਦਾ ਧਿਆਨ ਆਇਆ ਮੇਰੇ ਬੱਚੇ ਭੁੱਖੇ ਹੋਣਗੇ, ਕਹਿੰਦੇ ਨੇ ਇੱਧਰ ਉਹ ਖੁਰਾਕ ਲੈ ਰਹੀ ਏ, ਉੱਧਰ 20,000 ਕਿਲੋਮੀਟਰ ਤੇ ਉਹ ਬੱਚਿਆਂ ਨੂੰ ਖੁਰਾਕ ਪਹੁੰਚ ਰਹੀ ਹੈ। ਮਨ ਮੇ ਸਿਮਰਨ ਕਰਿਆ। ਤੇ ਜੇ ਇਸ ਤਰ੍ਹਾਂ ਖੁਰਾਕ ਪਹੁੰਚ ਸਕਦੀ ਏ,
ਤੇ ਤੂੰ ਕਿਸੇ ਦਾ ਭਲਾ ਕਰਨਾ ਚਾਹੇ ਤੇ ਭਲਾ ਹੋ ਨਹੀਂ ਸਕਦਾ? ਹੋਏਗਾ, ਡੈਫੀਨੇਟਲੀ ਹੋਏਗਾ। ਤੂੰ ਸ਼ਰਧਾ ਤੇ ਬਣਾ, ਤੂੰ ਭਾਂਡਾ ਹੀ ਪੁੱਠਾ ਰੱਖਿਆ, ਤੇਰੇ ਮਨ ਦੀ ਸੋਚ ਵਿੱਚ ਹੀ ਵੈਰ ਭਰੇ ਨੇ, ਇਹਦਾ ਮਾੜਾ ਹੋ ਜਾਏ, ਇਹਦਾ ਮਾੜਾ ਹੋ ਜਾਏ। ਦੇਖੋ, ਅਸੀਂ ਜਿਤਨਾ ਕਿਸੇ ਦਾ ਮਾੜਾ ਸੋਚਾਂਗੇ ਨਾ, ਸਾਡਾ 10 ਗੁਣਾ ਸਾਡਾ ਮਾੜਾ ਹੋਏਗਾ। ਜੇ ਮੈਂ ਵੀ ਹਾਂ ਵਿੱਚੇ। ਤੁਸੀਂ ਦੇਖੋ, ਕਿਸੇ ਨਾਲ ਕੋੜੇ ਬੋਲ ਬੋਲੋ ਨਾ, ਪਹਿਲਾਂ ਬੰਦਾ ਆਪ ਸੜਦਾ, ਤਾਂ ਬੋਲਦਾ ਨਾ ਕਿਸੇ ਨੂੰ ਕੋੜਾ। ਅੰਦਰ ਕਿੰਨਾ ਉਹਨੂੰ ਅੰਦਰ ਕੋੜਾਪਨ ਹੋ ਜਾਂਦਾ ਹੈ, ਅੰਦਰ ਕਿੰਨੀ ਉਹਨੂੰ ਅੰਦਰ ਗੁੱਸਾ ਆ ਜਾਂਦਾ ਹੈ। ਦੇਖੋ, ਮਾਚਿਸ ਦੀ ਤਿੱਲੀ ਹੁੰਦੀ ਹੈ ਨਾ, ਉਹ ਅੱਗ ਲਾਣੀ ਹੋਵੇ ਨਾ, ਪਹਿਲਾਂ ਆਪ ਸੜਨਾ ਪੈਂਦਾ ਉਹਨੂੰ, ਤਾਂ ਉਹ ਭਵਨ ਛਾੜਦੀ ਅੱਗ, ਤਾਂ ਲੱਗਦੀ ਹੈ ਨਾ ਅੱਗ। ਹੁਣ ਇੱਕ ਮਾਚਿਸ ਦੀ ਤਿੱਲੀ ਕਿਸੇ ਨੂੰ ਜਲਾਣਾ ਹੋਵੇ, ਪਹਿਲਾਂ ਆਪ ਸੜੇਗੀ। ਜੇ ਅਸੀਂ ਕਿਸੇ ਬਾਰੇ ਬੁਰਾ ਸੋਚਾਂਗੇ, ਪਹਿਲਾਂ ਅਸੀਂ ਆਪ ਸੜਾਂਗੇ। ਤਾਂ ਹੀ ਮਹਾਰਾਜ ਨੇ ਕਿਹਾ, ਕਾਮ ਕ੍ਰੋਧ ਕਾਇਆ ਕੋ ਗਾਲੇ। ਇਹ ਕ੍ਰੋਧ ਹੈ ਨਾ ਜਿਹੜਾ, ਇਹ ਕਾਇਆ ਨੂੰ ਗਾਲ ਦਿੰਦਾ ਹੈ। ਇਸ ਕਰਕੇ ਗੁੱਸਾ ਮਨ ਨਾ ਹੰਡਾਏ। ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁੱਸਾ ਨੂੰ ਮਨ ਵਿੱਚ ਨਾ ਲਿਆ, ਫਿਰ ਕੀ ਹੋਏਗਾ? ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਵਾਹ ਵਾਹ। ਅੱਜ ਤੋਂ ਹੀ ਅਸੀਂ ਸ਼ੁਰੂ ਕਰ ਲਈਏ। ਮੈਂ ਕਿਸੇ ਭੈਣ ਦਾ, ਮੈਂ ਤੇ ਇੱਥੋਂ ਤੱਕ ਵੀ ਵੇਖਿਆ ਵੀ ਆਪਣੇ ਜੀਵਨ ਵਿੱਚ, ਕੋਈ ਸ਼ਬਦ ਅੱਛਾ ਪੜ੍ਹਦਾ ਨਾ, ਉਹਦੇ ਪ੍ਰਤੀ ਵੀ ਅਸੀਂ ਜੈਲਸੀ ਕਰ ਲੈਂਦੇ ਹਾਂ। ਨਹੀਂ, ਵਾਹਿਗੁਰੂ, ਤੁਸੀਂ ਅਰਦਾਸ ਕਰੋ, ਸੱਚੇ ਪਿਤਾ, ਇਸ ਭੈਣ ਨੇ ਅੱਛਾ ਸ਼ਬਦ ਪੜ੍ਹਿਆ, ਵੀਰ ਨੇ ਅੱਛਾ ਸ਼ਬਦ ਪੜ੍ਹਿਆ, ਮੇਰੇ ਤੇ ਵੀ ਕਿਰਪਾ ਕਰ ਦਿਓ, ਉਹਦੀ ਵੀ ਚੜ੍ਹਦੀ ਕਲਾ ਰੱਖੋ। ਜਦੋਂ ਇਸ ਤਰ੍ਹਾਂ ਦੀ ਭਾਵਨਾ ਲਾਂਗੇ ਨਾ, ਗੁਰੂ ਨਾਨਕ ਕਿਸੇ ਦਾ ਬੁਰਾ ਸੋਚਣ ਵਾਸਤੇ ਨਹੀਂ ਕਹਿੰਦਾ। ਮੈਂ ਪਹਿਲਾਂ ਕਿਹਾ, ਅਸੀਂ ਕਿਸੇ ਦਾ ਬੁਰਾ ਸੋਚਾਂਗੇ। ਗੁਰੂ ਸਾਹਿਬ ਨੇ ਕਿਹਾ, ਉਹ ਰਾਜੇ ਨੇ ਕਿਉਂ ਮਨ ਵਿੱਚ ਆਇਆ? ਕਿਉਂਕਿ ਉਹ ਝੌਂਪੜੀ ਵਾਲੇ ਨੇ ਉਹਦਾ ਬੁਰਾ ਸੋਚਿਆ। ਜੇ ਮੇਰੇ ਮਨ ਵਿੱਚ ਆ ਗਿਆ, ਮੈਂ ਇਹਦਾ ਬੁਰਾ ਸੋਚਣਾ, ਨੈਚੁਰਲੀ ਉਹਦੇ ਮਨ ਵਿੱਚ ਵੀ ਆ ਜਾਏਗਾ। ਉਹ 10 ਗੁਣਾ ਲੈ ਕੇ ਬੈਠਾ ਹੋਏਗਾ। ਕਹਿੰਦੇ ਨਾ, ਜਿਹੜੀ ਚੀਜ਼ ਦਵੋ ਕਿਸੇ ਨੂੰ, ਉਹ 10 ਗੁਣਾ ਮਿਲਦੀ ਹੈ। ਜਿਹੜਾ ਮਾੜੇ ਕੰਮ ਅਸੀਂ ਕਰਨੇ, ਉਹ ਸਾਨੂੰ ਉਹਦਾ ਫਲ 10 ਗੁਣਾ ਮਿਲਦਾ ਹੈ। ਕੋਸ਼ਿਸ਼ ਕਰੀਏ। ਮੇਰੀ ਵੀ ਅਰਦਾਸ ਕਰੋ, ਮੇਰੀ ਵੀ ਸਮਦ੍ਰਿਸ਼ਟੀ ਹੋ ਜਾਏ, ਮੈਨੂੰ ਵੀ ਹਰ ਇੱਕ ਚੋਂ ਰੱਬ ਨਜ਼ਰ ਆ ਜਾਏ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਤੁਸੀਂ ਕਿਉਂ ਸੋਚਦੇ ਹੋ ਮਾੜਾ ਹੈ? ਮੈਨੂੰ ਕਿਸੇ ਵੀਰ ਦਾ ਫੋਨ ਆਇਆ, ਵੀ ਵੀਰ ਜੀ ਉਹ ਇੰਜ ਕਰ ਰਿਹਾ, ਇੰਨੇ ਸਾਲ ਹੋ ਗਏ ਨੇ ਪਾਠ ਕਰਦਿਆਂ, ਐਵੇਂ ਹੋ ਗਿਆ। ਮੈਂ ਕਿਹਾ ਕੀ? ਕਹਿੰਦੇ ਬਦਲਾਵ ਤੇ ਆਇਆ ਨਹੀਂ। ਮੈਂ ਕਿਹਾ ਤੁਹਾਡੇ 'ਚ ਆ ਗਿਆ? ਕਹਿੰਦੇ ਹੁਣ ਸਾਨੂੰ ਸੋਝੀ ਹੋ ਗਈ ਹੈ। ਮੈਂ ਕਿਹਾ ਅਰਦਾਸ ਉਹਦੀ ਵੀ ਕਰ ਦਿਓ, ਤੁਹਾਨੂੰ ਗਿਆਨ ਹੋ ਗਿਆ, ਉਹਨੂੰ ਵੀ ਹੋ ਜਾਏ। ਨਹੀਂ ਹੈਗਾ ਤੇ ਹੋ ਜਾਏਗਾ। ਜੇ ਤੁਸੀਂ ਇਸ ਪੌੜੀ ਤੇ ਚੜ੍ਹ ਗਏ ਹੋ, ਉਹਦੀ ਅਰਦਾਸ ਕਰੋ। ਦੇਖੋ, ਅਸੀਂ ਕਿਸੇ ਦਾ ਬੁਰਾ ਚਿਤਵਾਂਗੇ ਨਾ, ਤੇ ਸਾਨੂੰ ਬੁਰਾ ਚਿਤਵਣ ਵਾਲੇ ਬੜੇ ਨੇ। ਦੇਖੋ, ਗੁਰੂ ਨਾਨਕ ਨੇ ਪ੍ਰੇਮ ਦੀ ਬੋਲੀ ਬੋਲੀ ਜੇ, ਉਹਦੇ ਕੋਲ ਕੋੜਾ ਬੋਲ ਹੀ ਨਹੀਂ। ਗੁਰੂ ਨਾਨਕ ਕੋੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਸ਼ਬਦ ਪੜ੍ਹੀ ਦੇ ਨਾ, ਇਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ। ਮਹਾਰਾਜ ਕਹਿੰਦੇ, ਮੈਂ ਦੇਖ ਕੇ ਥੱਕ ਗਿਆ। ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੋੜਾ, ਕੋੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਘਟ ਘਟ ਵਾਸੀ ਸਰਬ ਨਿਵਾਸੀ, ਨੇਰੇ ਹੂੰ ਤੇ ਨੇਰਾ। ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਵਾਹ, ਉਹ ਸੱਜਣ ਬਣ ਜਾਂਦੇ ਨੇ। ਗੁਰੂ ਨਾਨਕ ਨੇ ਕੋਈ ਹਥਿਆਰ, ਕੋਈ ਮੂੰਹ ਤੋਂ ਕੋੜਾ ਬਚਨ ਸਾਰੀ ਉਮਰ ਨਹੀਂ ਬੋਲਿਆ ਜੀ। ਦੱਸੋ ਕਿੱਥੇ ਬੋਲਿਆ ਹੋਵੇ? ਕਿਉਂਕਿ ਕੋੜਾ ਬੋਲ ਨਾ ਜਾਣੇ। ਜੇ ਗੁਰੂ ਨਾਨਕ ਨੇ, ਅਸੀਂ ਗੁਰੂ ਨਾਨਕ ਦੇ ਵਾਰਿਸ ਹਾਂ, ਜੇ ਗੁਰੂ ਨਾਨਕ ਨੇ ਕੋੜਾ ਨਹੀਂ ਬੋਲਿਆ, ਤੇ ਅਸੀਂ ਕਿਉਂ ਬੋਲੀਏ ਕੋੜਾ? ਤੂੰ ਕਿਉਂ ਕੋੜਾ ਬੋਲਣਾ? 2 ਮਿੰਟ ਆਪਣੇ ਬਚਨਾਂ ਤੂੰ ਕੰਟਰੋਲ ਕਰ ਲੈ, ਕਿਤਨੇ ਕਰਮਾਂ ਤੋਂ, ਮਾੜੇ ਕਰਮਾਂ ਤੋਂ ਬਚ ਜਾਏਗਾ। ਬੁਰਾ ਨਾ ਚਿਤੋ। ਤੁਸੀਂ ਇਹ ਵੀ ਬੁਰਾ, ਇਹ ਵੀ ਬੁਰਾ। ਅਸੀਂ ਸਾਰੀ ਉਮਰ ਨਾ ਫਲਾਣਿਆਂ ਦੇ ਨੁਕਸ ਹੀ ਕੱਢਦੇ ਆਏ ਹਾਂ। ਇਹਦਾ ਮਤਲਬ ਤੂੰ ਬਹੁਤ ਚੰਗਾ। ਮਹਾਰਾਜ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਮੰਤ ਨਾਨਕ ਤਾਰੇ ਸੋਏ। ਕੋਈ ਮਾੜਾ ਨਹੀਂ ਹੈ।
किन्नू मैं बुरा कवां, बुरा भला को किसनू कहिए, सगले जी तुम्हारे। अरे मैं किसी नू बुरा कहना वा, जे मैं किसी नू बुरा कहना तो रब दा बंदा है, तो मैं रब नू बुरा कह रहा। जेड़ा रब मेरे विच है वो रब उहदे विच भी तो है। दसो तुहाडे कोई वखरा रब होवे ते मैनूं गल दसो। तुहाडे विच उही रब, मेरे विच उही रब। जे तुसीं मैनूं बुरा कह रहे हो, मैं तुहानूं बुरा कह रहा, असीं किहनूं कह रहे हैं? असीं रब नूं बुरा कह रहे हैं। बुरा भला को किसनू कहिए, सगले जी तुम्हारे। फरीदा जे तू अकल लतीफ, काले लिख ना लेख, अपने गिरीवान में सिर नीवा कर वेख। तू अपने घर दे पहला अपने अंदर वेख, तू किन्ना पापी है, किन्ना विकारी है। तू दूजे नूं कहण किसे वाल उंगल करो ना ते 4 उंगलां अपने वाल हुंदियां ने। किसे नूं बुरा कहोगे ते को जी ठीक है महाराज, अंदर अरदास करो। जे वो इस अवस्था विच भैड़ी अवस्था है, महाराज इसनूं समत बख्शो। असीं किते किते नुक्स कड्डांगे। फरीदा जोते मारन मुक्कियां, तिना ना मारे घुम, अपने घर जाइए पैर तिना दे चूम। वाह फरीद साहब कहंदे ने बुरे दा भी भला कर। देखो एक क्लास लगी, रोज टीचर स्कूल पढ़ाते, 15 मिनट की क्लास होंदी सी डिविनिटी की। 20 बच्चे सन क्लास, छोटे छोटे बच्चे सन, बड़े प्यारे बच्चे सन। सारे सबजैक्ट पढ़न तो बाद ना एक टीचर आंदा सी, वो उन्होंने रब दीयां गल्लां दसदा सी। बच्चे बड़े खुश होंदे, रब दीयां गल्लां हो रही ने। वो साल उन्हें मास्टर टीचर ने पढ़ाया, उन्होंने ध्यान देना पढ़ाया। 20 दे 20 बच्चे पढ़े। हुण एक दिन कहंदा टीचर, बच्चों मैं तुहानूं ना साल पढ़ाया है, डिविनिटी पढ़ाई है, तुहानूं परमात्मा का ज्ञान दस्सिया है, तुसीं इन्ना कुछ मेरे कोलों ध्यान नाल सुनिया। देखो कई बच्चे बड़े ध्यान नाल सुनते हैं। सुनन वाला श्रोता जे ध्यान नाल सुने ना तो शब्द की सवारी कर लैंदा है, ते सुनाण वाला जे ध्यान नाल सुनाए तो वह भी शब्द की सवारी करता है। वो कहता है अज कोर्स कंप्लीट होया तो फलाने दिन आ जाना, तुहाडा इस डिविनिटी का टैसट है जो तुसीं पढ़िया है। बच्चों ने कहा ठीक है। स्कूलों के सबजैक्ट खत्म होए, जो डिविनिटी का पेपर आया, वही टीचर आ गया लैन वास्ते जिन्हें साल पढ़ाया सी। उन्हें सारिਆਂ ਨੂੰ एक शीट ब्लैंक शीट दे दी बच्चों ਨੂੰ, लो भाई बच्चों 15 मिनट का पेपर है, सवाल भी कोई ज़्यादा वड्डा नहीं है, इक्को ही सवाल मैं तुहाडे कोलों पुछांगा। वो सवाल ये वे 15 मिनट तुसीं जवाब देना है। तुसीं बच्चों उन्हां दे नाम लिखो जिन्हां तो तुसीं ईर्खा करदे हो, जैलसी, जिहड़े तुहानूं चंगे नहीं लगदे, तुसीं उन्हां दे नाम लिख लो। साडे वर्गे होण ते असीं ते फिर 20 चों 18 दे ते भैड़े नाम लिख लेने, बई पप्पू भी भैड़ा, शालू भी भैड़ा, फलाना भी भैड़ा। वो गल उही होई, सारियां ने 15 मिनट ला के सब दे नाम आपस विच लिखे। हुण 15 मिनट की क्लास, वो पेपर खत्म होया, टीचर को 20 शीटां पहुंचियां, बैठे सन बच्चे, उन्हें सब दियां शीटां चैक कीतियां। सब दे उत्ते ना किसी ने 5, किसी ने 10, मेरे वर्गिया ने 12, जिहदी माड़ी बिरती ज्यादा है। सब ने अपने अपने लिखा कि मैनूं यह बच्चा नहीं चंगा लगता, ऐ नहीं लगता। वाह, मैं कह रहा ये साडी भी डिविनिटी दी क्लासां ने। सत संगत सतगुर चटसाल है, जिते हर गुण सिखा। असी सिख रहे हैं इत्थे, ये नहीं मैं बोल रहा मैं भी सिख रहा। सिख तो उदों तक सीखे जब तक वो सिख रहे। जदों मैं कह दिता, तुसीं कहता मैं सिख लिया, साडी मौत है, आत्मक मौत है। असी सिख मारे ने तां ही नाम रखा कि तू सिखदा रह। जद सारियां बच्चों के पेपर विच वेख्या, किसी दे 5, किसी दे 10, किसी दे 2 नाम, एक बच्चे की शीट ब्लैंक। उन्हें ध्यान नाल सुनी होनी गल कोई। जद
ਸਾਰਿਆਂ ਨੇ ਦੱਸ ਦਿੱਤਾ ਇਹਦੇ ਨਾਲ ਮੈਂ ਈਰਖਾ ਕਰਨਾ। ਉਹ ਬੱਚੇ ਨੂੰ ਖੜਾ ਕੀਤਾ, ਭਾਈ ਤੇਰੀ ਸ਼ੀਟ ਬਲੈਂਕ ਏ, ਤੈਨੂੰ ਕੋਈ ਨਜ਼ਰ ਨਹੀਂ ਆਇਆ ਐਸਾ ਬੱਚਾ ਜਿਹੜਾ ਤੂੰ ਈਰਖਾ ਕਰਦਾ ਹੋਵੇਂ, ਜੋ ਤੈਨੂੰ ਚੰਗਾ ਨਾ ਲੱਗਦਾ ਹੋਵੇ? ਕਹਿੰਦਾ ਨਹੀਂ, ਸਾਰੇ परमात्मा ਦੇ ਜੀਵ ਨੇ, बुरा भला को किसनू कहिए, सगले जी तुम्हारे। अरे भाई सारे मेरे परमात्मा दे बनाए हुए ने, जे मैं किसी नू बुरा कहांगा, देखो कोई स्टडी विच कोई बच्चे भी असी कर जाने हैं कि जो छोटे होंदे सी ना, वो बड़ा हुशार हुंदा सी, असी ईर्खा करन लग पैंदे। वो कहंदा मैं किनू ईर्खा करा? नहीं, सारे रब दे जी ने, सब दे विच ते रब है। तुसी आप ही कहे सी सब में जो जोत है सोए। मास्टर बड़ा खुश होया, टीचर, बच्चा तू पढ़ाई च नंबर लै गए, तेरी नज़रां दे विच कोई भी बच्चा माड़ा नहीं है। ते उस वेले उन्हें एक कमाल दी गल होर देखी, सब बच्चों के नाम किसी ने, रामू ने शाम ने, सुंदर दास, सब दे नाम लिखे हुए सन, पर कमाल दी गल, जिस बच्चे ने किसी का नाम नहीं लिखिया सी ना, उस 19 शीटां दे अंदर उसका नाम किसी ने भी नहीं लिखिया सी। इत्थों की पता लगता है, जे तुसी प्यार वंडोगे ना तो तुहानू प्यार ही मिलेगा। जे किसी दे प्रति असी ईर्खा मंगांगे, जे साडी सोच विच ईर्खा आएगी, साडी सोच विच जैलस होएगी, वो साडे तो 10 गुणा साडा माड़ा सोच के बैठा होएगा। मैं तां ही पहला कहा, जे असी कुछ नहीं कर सकते, उहदे प्रति अरदास करो, सच्चे पिता इहदा घर-बार सही चले, इहदे बच्चे पढ़न योग हो जान, इहदियां जवान धीआं हो गईयां ने, इहदी शादी दा कुछ आप कृपा करो। देखो उहदा काम ते चलेगा ही चलेगा, तुहाडा नाम नाल चलेगा। ये मैं गुरबाणी दे आश्रय अनुसार कह रहा, मैं ये नहीं कोई इधरों उधरों तुहानू लैके गल कर रहा। महाराज कह रहे ना, पर का बुरा ना राखो चीत, तुमको दुख नहीं पाई में। बहुत विचारा ने इस टॉपिक नू भावें 2 घंटे महाराज की कृपा नाल सतगुरु बुलवा लैन, पर समय की नजाकत नू वेखदे होए मनु संकोच करना पेगा। बड़ियां विच एक नैपोलीयन की भी सामने आती है, भाई कन्हैया जी भी जोड़ लो, उन्हां दी दृष्टि किहो जी हो गई सी। साडे वर्गे सिख कहते सन जी वो दुश्मनों नू पानी पिला रहे। देखो इस गल नू ही लै लो, पर उन्हां दी दृष्टि विच ते हर तरफों उन्हां नू गुरु गोबिंद सिंह महाराज नज़र आ रहे। उन्होंने कहते हैं एक सम दृष्टि। जदों तुसी बाणी पढ़ोगे ना, तुहाडी भी सम दृष्टि हो जाएगी, ध्यान नाल पढ़ोगे, तुहानू कोई ना को बैरी नहीं बेगाना, सगल संग हमको बनाई। सारी सृष्टि तुहाडी अपनी बनेगी। तुहानू हर एक गला तुसी गले लगाओगे। गुरु नानक नू क्यों अज तक दुनिया याद करती है? क्योंकि गुरु नानक ने हर एक नू गले लाया है, अपनियां नू ही नहीं लाया। उन्होंने तो पापियां दे भी घर जा जाके, कोई ओलिया, कोई गुरु, कोई पैगंबर अज तक अपने घरों निकल के किसी पापी नू तारन नहीं गया। गुरु साहब आप चल के उन्होंने पापां दे, पापियां दे पाप कट्टन गए ने ते गले भी लगाया। उन्होंने बुरा भला नहीं किया, उन्होंने रस्ता दिखाया परमात्मा दे घर दा कि भाई तुहाडा जिहड़ा ये रस्ता वे ना, भावें कोई शुद्र है ते भावें ब्राह्मण है, ते ये जिहड़ा तुसी जात पात ये चीज़ां गुरु साहब ने कहा तुसी किनू परमात्मा ते जी सारे इको ही ने। अवर अल्लाह नूर पाया कुदरत के सब बंदे, एक नूर ते सब जग उपजिया, कौन भले को मंदे। किनू मंदा कह रहा? सारे रब दे जी ने। ये परमात्मा दा गुरु ने इस तरह का प्रचार किया। अज भी गुरु नानक साहब दे हिरदियां विच बैठा हुआ है, भावें कोई सिंधी है, भावें कोई सच्चा मुसलमान है, भावें सिख है, पारसी है। अज जिहड़ा भी गुरु नानक दी बाणी नूं पढ़दा है, उहदा मुरीद हो जाता है। क्यों? गुरु नानक ने प्यार वंडिया है। गुण चंगियाइयां तत मिठत नीवी नानका, गुण चंगियाइयां तत। ये मारे कहते तत गुणा दा सिर है, तत है, इस तो उत्ते कुछ नहीं। मिठत नीवी, देखो ज्यों ज्यों सेब वाहिगुरू, ज्यों ज्यों अंब पकदा है ना,
ਭਾਰੀ ਹੋਈ ਜਾਂਦਾ ਤੇ ਨੀਵਾਂ ਹੋਈ ਜਾਂਦਾ ਹੈ, ਉਹਦੇ 'ਚ ਮਿਠਾਸ ਭਰੀ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਉਵੇਂ ਤੇਰੇ ਅੰਦਰ ਮਿਠਾਸ ਭਰੇਗੀ, ਤੂੰ ਚਿਤਵੇਂਗਾ ਹੀ ਨਹੀਂ। ਤੈਨੂੰ ਜੇ ਮੈਨੂੰ ਇਹਦੇ 'ਚੋਂ ਰੱਬ ਹੀ ਨਜ਼ਰ ਆ ਰਿਹਾ ਹੈ, ਭਗਤਾਂ ਨੂੰ ਤੇ ਕੁੱਤੇ ਵਿੱਚੋਂ ਵੀ ਰੱਬ ਲੱਭ ਗਿਆ ਨਾ, ਸਾਨੂੰ ਤੇ ਭਰਾ ਵਿੱਚੋਂ ਵੀ ਨਹੀਂ ਰੱਬ ਲੱਭਦਾ। ਮੈਨੂੰ ਖਿਮਾ ਕਰ ਦੇਣਾ, ਅਸੀਂ ਭਰਾ ਦਾ ਹੀ ਬੁਰਾ ਸੋਚਦੇ ਹੁੰਦੇ ਹਾਂ, ਅਸੀਂ ਪੜੋਸੀ ਦਾ ਹੀ ਬੁਰਾ ਸੋਚਦੇ ਹੁੰਦੇ ਹਾਂ। ਤੇ ਮਹਾਰਾਜ ਤੇ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ। ਇੱਧਰ ਕਹਿ ਰਹੇ ਨੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਭਾਈ ਤੁਸੀਂ ਕਿਸੇ ਦਾ ਦੁੱਖ, ਕਿਸੇ ਨੂੰ ਬਾਰੇ ਨਹੀਂ ਸੋਚੋਗੇ ਮਾੜਾ, ਤੁਹਾਨੂੰ ਦੁੱਖ ਨਹੀਂ ਲੱਗ ਸਕਦਾ ਜੀ। ਜਾਓ, ਇਹ ਗੁਰੂ ਸਾਹਿਬ ਦੇ ਬਚਨ ਨੇ, ਮੇਰੇ ਨਹੀਂ ਬਚਨ। ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਇਸ ਤਰ੍ਹਾਂ ਉਦਾਹਰਨ ਦ੍ਰਿਸ਼ਟਾਂਤ ਦੇ ਕੇ, ਇੱਕ ਰਾਜੇ ਦਾ, ਵਜ਼ੀਰ ਦਾ, ਸੰਗਤ ਨੂੰ ਸਮਝਾਉਣਾ ਕੀਤਾ, ਭਾਈ ਦੁਨੀਆ ਵਿੱਚ ਆਏ ਹੋ, ਪਿਆਰ ਵੰਡਿਆ ਤੇ ਪਿਆਰ ਵੰਡ ਕੇ ਜਾਓ, ਕਿਸੇ ਦਾ ਬੁਰਾ ਚਿਤਵੋ ਨਾ। ਪਤਾ ਨਹੀਂ ਉਹ ਕਿਸ ਅਵਸਥਾ ਵਿੱਚ, ਕਿਉਂ ਤੁਸੀਂ ਉਹਦਾ ਬੁਰਾ ਸੋਚ ਰਹੇ ਹੋ। ਤੁਸੀਂ ਬੁਰੇ ਦਾ ਵੀ ਭਲਾ ਸੋਚੋ, ਤੁਹਾਡਾ ਭਲਾ ਆਪੇ ਹੀ ਹੋ ਜਾਏਗਾ। ਇਤਨੀ ਬੇਨਤੀ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਦਾਸ ਦੀਆਂ ਨੇ, ਖਿਮਾ ਕਰ ਦੇਣਾ। ਅਸੀਸ ਬਖਸ਼ਣਾ, ਕਥਾ ਕਰਨ ਦੀ ਜਾਚ ਆ ਜਾਏ। ਤੁਹਾਡਾ ਪਿਆਰ ਚਾਹੀਦਾ ਹੈ, ਤੁਹਾਡੀ ਅਸੀਸ ਚਾਹੀਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।